तुमरे शरण तुम्हारी आशा, तुम ही सज्जनो सुहेले। राखो राखन हार दयाला, नानक घर के गोले। ज्ञान ध्यान किश कर्म न जाना, सार न जाना तेरे। सब ते वड्डा सतगुरु नानक, जिन कल राखे मेरे। सो कहो टल गुर सेवियै, ऐनस सहज सुभाए। दर्शन परसै गुरु कै, जन्म मरण दुख जाए। होवै सिफत खसम दे, ਨੂਰ ਅਰਸੋਂ ਕੁਰਸੋਂ ਝਟਿਐ। ਤੁਧ ਡਿਠੈ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟਿਐ। ਸੱਜਣ ਸੱਚਾ ਪਾਤਸ਼ਾਹ, ਸਿਰ ਸ਼ਾਹਾਂ ਦਾ ਸ਼ਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵਿਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਸਤਿਗੁਰ ਤੇ ਜੋ ਮੋਹ ਫਿਰੇ, ਸੇ ਬੱਧੇ ਦੁਖ ਸਹਾਏ। ਫਿਰ ਫਿਰ ਮਿਲਨ ਨਾ ਪਾਏ ਨੀ, ਜੰਮਹਿ ਤੈ ਮਰ ਜਾਹੇ। ਸਤਿਗੁਰ ਤੇ ਜੋ ਮੋਹ ਫਿਰੇ, ਸੇ ਬੱਧੇ ਦੁਖ ਸਹਾਏ। ਫਿਰ ਫਿਰ ਮਿਲਨ ਨਾ ਪਾਏ ਨੀ, ਜੰਮਹਿ ਤੈ ਮਰ ਜਾਹੇ। ਸਹਸਾ ਰੋਗ ਨਾ ਛੋਡਈ, ਦੁਖ ਹੀ ਮਹਿ ਦੁਖ ਪਾਹੇ। ਨਾਨਕ ਨਦਰੀ ਬਖਸ਼ ਲੇਹ, ਸਬਦੇ ਮੇਲ ਮਿਲਾਹੇ। ਸਹਸਾ ਰੋਗ ਨਾ ਛੋਡਈ, ਦੁਖ ਹੀ ਮਹਿ ਦੁਖ ਪਾਹੇ। ਨਾਨਕ ਨਦਰੀ ਬਖਸ਼ ਲੇਹ, ਸਬਦੇ ਮੇਲ ਮਿਲਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ, ਗੁਰੂ ਸਰੂਪ ਗੁਰੂ ਖਾਲਸਾ ਸਤ ਸੰਗਤ ਜੀ। ਆਪਾਂ ਗੁਰੂ ਦੀ ਗੁਰਮਤਿ ਮੁਤਾਬਕ ਦੋ ਲਫ਼ਜ਼ਾਂ ਦੀ ਆਮ ਕਰਕੇ ਵਰਤੋਂ ਕਰਦੇ ਹਾਂ। ਇੱਕ ਸ਼ਬਦ ਹੈ ਮਨਮੁਖ ਤੇ ਦੂਜਾ ਹੈ ਗੁਰਮੁਖ। ਸਤਿਗੁਰੂ ਪਾਤਸ਼ਾਹ ਕਹਿੰਦੇ ਕਿ ਉਹ ਮਨੁੱਖ ਜਿਹੜੇ ਆਪਣੇ ਮਨ ਦੇ ਮਗਰ ਲੱਗ ਕਰਕੇ ਗੁਰੂ ਵਾਲੇ ਪਾਸੇ ਤੋਂ ਆਪਣਾ ਮੂੰਹ ਪਾਸੇ ਕਰ ਲੈਂਦੇ ਨੇ,
ਉਹ ਜ਼ਿੰਦਗੀ ਪਰਯੰਤ ਦੁੱਖਾਂ ਵਿੱਚ ਗਰਸੇ ਰਹਿ, ਉਪਰੰਤ ਜ਼ਿੰਦਗੀ ਦੇ ਮੁੱਕਣ ਤੋਂ ਬਾਅਦ ਵੀ ਉਹਨਾਂ ਨੂੰ ਸ਼ਾਂਤੀ ਨਹੀਂ। ਔਰ ਦੂਸਰਾ, ਉਹ ਗੁਰੂ ਕੇ ਬਖਸ਼ੀਆਂ ਹੋਈਆਂ ਰੂਹਾਂ ਜਿਨ੍ਹਾਂ ਨੇ ਆਪਣੇ ਮਨ ਦੀ ਮੱਤ ਨੂੰ ਤਿਆਗ ਕਰਕੇ ਗੁਰੂ ਵਾਲੇ ਪਾਸੇ ਨੂੰ ਆਪਣਾ ਅੰਤਿਸ਼ਕਰ ਕਰ ਲਿਆ ਹੈ ਔਰ ਗੁਰੂ ਦੇ ਉਪਦੇਸ਼ ਨੂੰ ਕਮਾਇਆ ਹੈ। ਹਜ਼ੂਰ ਕਹਿੰਦੇ ਉਹ ਆਵਾ ਗਾਉਣ ਦੇ ਚੱਕਰ ਤੋਂ ਬਾਹਰ ਹੋ ਗਏ। ਇਹ ਜਿਹੜੀ ਸਤਿਗੁਰੂ ਪਾਤਸ਼ਾਹ ਸਾਡੇ ਤੇ ਰਹਿਮਤ ਕਰਨਗੇ, ਸਮੇਂ ਦੇ ਮੁਤਾਬਕ ਆਪਾਂ ਇਹਦੀ ਵਿਚਾਰ ਕਰਨੀ ਹੈ। ਤੇ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮੇਰੇ ਬਾਲਕ ਨੇ ਸਾਨੂੰ ਹੁਕਮ ਕੀਤਾ ਵੀ ਗੁਰੂ ਕੇ ਸਿੱਖਾ ਮਨ ਦੇ ਮਗਰ ਲੱਗ ਨਾ। ਜਿਵੇਂ ਹਜ਼ੂਰ ਕਿਰਪਾ ਕਰਨਗੇ ਸਰਵਣ ਕਰੀਏ, ਮਨ ਦੀ ਇਕਾਗਰਤਾ ਲਈ ਸਹਿਯੋਗ ਦਿਓ ਤੇ ਸਾਰੇ ਬੋਲੋ ਸਤਿਨਾਮ ਵਾਹਿਗੁਰੂ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਮਹੱਲਾ ਤੀਜਾ। ਸਤਿਗੁਰ ਤੇ ਜੋ ਮੋਹ ਫਿਰੇ, ਸੇ ਬੱਧੇ ਦੁੱਖ ਸਹਾਏ। ਗੁਰਦੇਵ ਕਹਿੰਦੇ ਨੇ ਉਹ ਮਨੁੱਖ ਜਿਹੜੇ ਗੁਰੂ ਵਾਲੇ ਪਾਸੇ ਤੋਂ ਮੂੰਹ ਮੋੜ ਲੈਂਦੇ ਇਹਨਾਂ ਨਾਲ, ਉਹ ਜ਼ਿੰਦਗੀ ਪਰਯੰਤ ਔਗਣਾਂ 'ਚ ਬੱਧੇ ਰਹਿ ਔਰ ਉਹਨਾਂ ਦਾ ਸਾਰਾ ਸਮਾਂ ਦੁੱਖਾਂ ਵਿੱਚ ਬਤੀਤ ਹੋ ਗਿਆ। ਸਤਿਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੇ ਵਿੱਚ ਇੱਕ ਮਨੁੱਖ ਦਾ ਜ਼ਿਕਰ ਆਇਆ ਜਿਹਦਾ ਨਾਮ ਹੈ ਮੂਲਾ। ਇਹ ਗੱਲ ਇਕੱਲੇ ਮੂਲੇ ਦੀ ਨਹੀਂ, ਸਾਡੇ ਮਨ ਦੀ ਅਵਸਥਾ ਹੈ। ਤੇ ਗੁਰੂ ਕੀ ਬਾਣੀ ਦੇ ਵਿੱਚ ਭਾਈ ਮੂਲੇ ਦੇ ਨਾਮ ਦੇ ਨਾਲ ਲਫ਼ਜ਼ ਲੱਗਾ ਕਰਾੜ। ਕਰਾੜ ਦੇ ਅਰਥ ਨੇ ਵਪਾਰੀ ਸੋਚ, ਕਮਰਸ਼ੀਅਲ ਸੋਚ। ਮੈਂ ਆਹ ਕੰਮ ਕਰਨਾ ਤੇ ਮੈਨੂੰ ਇਹਦੇ ਬਦਲੇ ਕੀ ਮਿਲੇਗਾ। ਸਾਡੇ ਸਮਾਜ ਦੇ ਵਿੱਚ ਇੱਕ ਆਮ ਰਵਾਇਤ ਬਣ ਗਈ, ਰਿਵਾਜ ਬਣ ਗਿਆ। ਗਿਆਨੀ ਜੀ ਮੈਂ 40 ਸੁਖਮਨੀ ਸਾਹਿਬ ਦੇ ਪਾਠ ਕਰ ਲਏ ਨੇ, ਇਹਦਾ ਕਿਤੇ ਗਲਤ ਅਰਥ ਨਾ ਕਰਨਾ। ਮੇਰੀਏ ਧੀਏ, ਮੇਰੀਏ ਭੈਣੇ, ਮੇਰੇ ਵੀਰਾ, ਤੂੰ ਬਹੁਤ ਚੰਗਾ ਕੀਤਾ ਵੀ 40 ਸੁਖਮਨੀ ਸਾਹਿਬ ਦੇ ਪਾਠ ਕੀਤੇ, ਪਰ ਜੇ 40 ਤੋਂ ਬਾਅਦ 41 ਕਰ ਲੈਨੂੰ ਤੇ ਕੀ ਅਰਜ਼ ਸੀ। ਅਸੀਂ ਪਾਠਾਂ ਦੀ ਗਿਣਤੀ ਤਾਂ ਕਰ ਲਈ, ਕਿਤੇ ਪਾਪਾਂ ਦੀ ਗਿਣਤੀ ਵੀ ਕਰਿਆ ਕਰੀਏ। ਪਾਠਾਂ ਦੀ ਬੜੀ ਗਿਣਤੀ ਕਰਦੇ ਆ, ਇੰਨੇ ਪਾਠ ਕੀਤੇ। ਯਾਦ ਰੱਖਿਆ ਜੇ, ਜਦੋਂ ਤਕੜੀ ਦੇ ਨਾਲ ਤੋਲਿਆ ਗਿਆ, ਸਾਡੇ ਪਾਪਾਂ ਦਾ ਪਾਸਾ ਭਾਰੀ ਹੋਣਾ ਤੇ ਪਾਠਾਂ ਦਾ ਪਾਸਾ ਘੱਟ ਹੋਣਾ। ਇਸ ਕਰਕੇ ਕੇਵਲ ਤੇ ਕੇਵਲ ਆਖਿਆ ਕਰੀਏ ਮਹਾਰਾਜ ਮੈਨੂੰ ਬਖਸ਼ ਲਾ। ਔਰ ਗੁਰੂ ਘਰ ਇੰਨਾ ਦਿਆਲੂ ਤੇ ਕਿਰਪਾਲੂ ਹੈ। ਭਾਈ ਸਾਹਿਬ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ ਇੱਕ ਮੈਂ ਪੰਕਤੀ ਪੜ੍ਹੀ, ਮੇਰੇ ਮਨ ਨੂੰ ਟੁੰਬ ਗਈ। ਸਾਡੇ ਚੋਂ ਕਈ ਗੁਰਮੁਖ, ਸਾਡੀਆਂ ਧੀਆਂ, ਸਾਡੀਆਂ ਭੈਣਾਂ, ਸਾਡੇ ਵੀਰ ਆਮ ਕਰਕੇ ਕਹਿੰਦੇ ਨੇ ਵੀ ਗਿਆਨੀ ਜੀ ਮੈਨੂੰ ਬਾਣੀ ਨਹੀਂ ਪੜ੍ਹਨੀ ਆਉਂਦੀ, ਮੈਂ ਪੜ੍ਹਿਆ ਨਹੀਂ, ਮੈਂ ਕੇਵਲ ਤੇ ਕੇਵਲ ਗੁਰੂ ਘਰ ਮੱਥਾ ਟੇਕਣ ਜੋਗਾ ਹਾਂ। ਤੇ ਗੱਲ ਬਣ ਜਾਏਗੀ। ਭਾਈ ਗੁਰਦਾਸ ਜੀ ਕਹਿੰਦੇ ਵੀ ਗੁਰਮੁਖਾ ਤੇਰੀ ਤਾਂ ਗੱਲ ਬਣੀ ਬਣਾਈ। ਉਹਨਾਂ ਨੇ ਪੰਕਤੀ ਲਿਖੀ, ਰਹਿ ਨਾ ਸੰਸਾ ਸੋਗ ਝਾਤ ਇੱਕ ਪਾਵਣੀ। ਕਹਿੰਦੇ ਗੁਰਮੁਖਾ ਤੇਰੀਆਂ ਮਜਬੂਰੀਆਂ ਨੇ, ਤੇਰੇ ਘਰੇਲੂ ਕੰਮ ਨੇ, ਜ਼ਰੂਰ ਕਰ, ਪਰ ਜੇ ਕਿਤੇ ਗੁਰੂ ਨਾਨਕ ਦੇ ਘਰ ਵਿੱਚ ਕੰਮ ਨੂੰ ਜਾਂਦਿਆਂ ਜਾਂਦਿਆਂ ਝਾਤੀ ਮਾਰ ਜਾਏ, ਤੇਰੇ ਸੰਸੇ ਤੇ 100 ਕੱਟੇ ਜਾਣਗੇ। ਇਹਨੂੰ ਉਹਨਾਂ ਨੇ ਅੱਗੇ ਇੱਕ ਸੋਈਏ ਦੇ ਵਿੱਚ ਵਿਸਤਾਰ ਸਹਿਤ ਇਹਦਾ ਵਰਣਨ ਕੀਤਾ ਹੈ। ਕਿਉਂਕਿ ਮੈਂ ਜਦੋਂ ਵੀ ਕਥਾ ਆਰੰਭ ਕਰਦਾ ਤੇ ਤੁਹਾਨੂੰ ਬੇਨਤੀ ਕਰਦਾ ਵੀ ਗੁਰਮੁਖੋ ਵਾਹਿਗੁਰੂ ਕਹੋ, ਤੇ ਮਨ ਦਾ ਸੁਭਾਅ ਸ਼ੰਕਾ ਕਰਨਾ। ਤੁਸੀਂ ਕਹਿਣਾ ਭਾਈ ਸਾਹਿਬ ਇਹ ਵਾਹਿਗੁਰੂ ਕਹਿਣ ਨਾਲ ਭਲਾ ਕੀ ਹੋ ਜਾਏਗਾ।
ਅਸੀਂ ਹਰ ਗੱਲ ਕਮਰਸ਼ੀਅਲ ਸੋਚ ਹੈ, ਵਪਾਰਕ ਸੋਚ ਕੀ ਹੋ ਜਾਏਗਾ। ਗੁਰੂ ਨੂੰ ਨਮਸਕਾਰ ਹੈ ਹੀ, ਲੇਕਿਨ ਜਿਹਨਾਂ ਗੁਰੂ ਨਾਲ ਸਾਨੂੰ ਜੋੜਿਆ ਉਹਨਾਂ ਗੁਰਸਿੱਖਾਂ ਨੂੰ ਵੀ ਨਮਸਕਾਰ। ਭਾਈ ਸਾਹਿਬ ਨੇ ਇੱਕ ਸੋਈਆ ਲਿਖਿਆ ਹੈ, ਕਹਿੰਦੇ ਤਨਕ ਹੀ ਜਾਮਨ ਦੁੱਧ ਦੱਧ ਹੋਤ ਜੈਸੇ, ਤਨਕ ਹੀ ਕਾਂਜੀ ਪਰੇ ਦੁੱਧ ਫਟ ਜਾਤ ਹੈ। ਭੋਰਾਕ ਆਪਾਂ ਦੁੱਧ ਨਹੀਂ ਜਮਾਉਨੇ ਆ, 5 ਸਿਰ ਦੁੱਧ ਹੈ ਤੇ 1 ਤੋਲਾ ਵਿੱਚ ਖੱਟਾ, ਜਿਹਨੂੰ ਆਪਾਂ ਜਾਗ ਵੀ ਕਹਿ ਦਿੰਦੇ ਆ। ਦੁੱਧ 5 ਸਿਰ ਤੇ ਖੱਟਾ 1 ਤੋਲਾ। ਤੇ ਭਾਈ ਗੁਰਦਾਸ ਜੀ ਕਹਿੰਦੇ ਵੀ ਗੁਰਮੁਖਾ 1 ਤੋਲੇ ਦੇ ਨਾਲ 5 ਸੇਰ ਜਿਹੜਾ ਦੁੱਧ ਸੀ ਉਹ ਦਹੀਂ ਬਣ ਗਿਆ। ਤੇ ਦੂਜੇ ਪਾਸੇ ਕਹਿੰਦੇ ਇਹ ਤਾਂ ਚੰਗੀ ਗੱਲ ਹੋਈ ਨਾ। ਦੂਜੇ ਪਾਸੇ ਕਹਿੰਦੇ ਤਨਕ ਹੀ ਕਾਂਜੀ ਪਰੇ ਦੁੱਧ ਫਟ ਜਾਤ ਹੈ। ਉਸੇ ਦੁੱਧ ਦੇ ਵਿੱਚ ਜਾਗਦੀ ਬਜਾਏ ਕਿਤੇ ਕਾਂਜੀ ਪੈ ਜਾਏ ਨਾ, ਦੁੱਧ ਸਾਪਾੜ ਜਾਂਦਾ ਤੇ 1 ਪੈਸੇ ਦਾ ਨਹੀਂ ਰਹਿੰਦਾ। ਕਾਂਜੀ ਵੀ ਤੋਲਾ, ਜਾਗ ਵੀ ਤੋਲਾ। ਜਾਗ ਨਾਲ 5 ਸਿਰ ਦੁੱਧ ਨਹੀਂ ਬਣ ਗਿਆ, ਕੀਮਤ ਵੱਧ ਗਈ, ਤੇ ਕਾਂਜੀ ਪਈ ਤੇ ਦੁੱਧ ਹੱਥੋਂ ਚਲਾ ਗਿਆ। ਆਪਾਂ ਕਹਿੰਦੇ ਜੇ ਮਾੜਾ ਗਿਆ ਜੇ ਕੀ ਹੋ ਗਿਆ। ਗੁਰੂ ਕਰਵੇ ਥੋੜਾ ਜਿਹਾ ਗਿਓ ਤੇ ਸਮਾਂ ਸਫਲਾ, ਮਾੜੇ ਪਾਸੋਂ ਥੋੜਾ ਜਿਹਾ ਗਿਓ ਤੇ ਗੁਰਮੁਖਾ ਤੇਰੀ ਜ਼ਿੰਦਗੀ ਬਰਬਾਦ। ਅੱਗੇ ਦਲੀਲ ਦਿੱਤੀ ਹੈ, ਤਨਕ ਹੀ ਬੀਜ ਬੋਏ ਬਿਰਖ ਬਥਾਰ ਹੋਏ, ਤਨਕ ਹੀ ਚੰਗ ਪਰੇ ਭਸਮ ਸਮਾਤ ਹੈ। ਜਿਹੜਾ ਬੀਜ ਹੈ, ਆਪਾਂ ਦਰਖਤ ਵੇਹਨੇ ਆ, ਨਿੱਕਾ ਜਿਹਾ ਬੀਜ ਹੁੰਦਾ ਤੇ ਕਿੱਡਾ ਵੱਡਾ ਬ੍ਰਿਸ਼ ਬਣ ਜਾਂਦਾ ਹੈ। ਨਿੱਕਾ ਜਿਹਾ ਬੀਜ, ਤੇ ਜੇ ਉਹ ਦਰਖਤ ਕੱਟ ਕੇ ਉਹਨੂੰ ਭੋਰਾ ਚੰਗਾਰੀ ਲਾਏ ਜਾਏ ਤੇ ਉਹ ਵੱਡਾ ਸਾਰਾ ਦਰਖਤ ਪਲ ਵਿੱਚ ਸੁਆਹ ਹੋ ਜਾਂਦਾ ਹੈ। ਇੱਕ ਪਾਸੇ ਨਿੱਕਾ ਜਿਹਾ ਬੀਜ ਕਿੱਡਾ ਵੱਡਾ ਦਰਖਤ ਬਣ ਗਿਆ, ਤੇ ਦੂਜੇ ਪਾਸੇ ਦਰਖਤ ਬਣਿਆ ਤੇ ਰੰਚਕ ਮਾਤਰ ਉਹਨੂੰ ਅੱਗ ਲਾਈ ਤੇ ਸਾਰਾ ਸੁਆਹ ਹੋ ਗਿਆ। ਤਨ ਕੀ ਖਾਏ ਬਿਖ ਹੋਤ ਹੈ ਬਿਨਸ ਕਾਜ, ਕਿਸੇ ਨੇ ਕਿਸੇ ਪਰੇਸ਼ਾਨੀ ਕਰਕੇ ਰੰਚਕ ਮਾਤਰ ਜ਼ਹਿਰ ਮੂੰਹ 'ਚ ਪਾ ਲਿਆ। ਤਨ ਕੀ ਖਾਏ ਬਿਖ, ਬਿਖ ਕਹਿੰਦੇ ਨੇ ਜ਼ਹਿਰ ਨੂੰ। ਤਨ ਕੀ ਖਾਏ ਬਿਖ ਹੋਤ ਹੈ ਬਨਾਸ ਕਰ, ਸਾਰਾ ਕਾਰਜ ਵਿਗੜ ਗਿਆ, ਜ਼ਿੰਦਗੀ ਚਲੀ ਗਈ। ਤਨ ਕੀ ਅੰਮ੍ਰਿਤ ਹਵੇ ਅਮਰ ਹੋਏ ਗਵਾਤ ਹੈ। ਤੇ ਜੇ ਗੁਰਮੁਖਾ ਪੰਜਾਂ ਪਿਆਰਿਆਂ ਦੇ ਰਾਹੀਂ ਗੁਰੂ ਕਾ ਥੋੜਾ ਜਿਹਾ ਅੰਮ੍ਰਿਤ ਲੈ ਦੇ ਤੇ ਗੁਰਮੁਖਾ ਅਮਰ ਹੋ ਜਾਏਗਾ। ਜ਼ਹਿਰ ਖਾਦਾ ਮੌਤ ਹੋ ਗਈ, ਗੁਰੂ ਕਾ ਅੰਮ੍ਰਿਤ ਲਿਆ ਅਮਰ ਹੋ ਗਿਆ। ਸੰਗਤ ਅਸਾਧ ਸਾਧ ਗਨ ਕਾ ਵਿਵਾਦ ਗਿਓ, ਤਨਕ ਮੈਂ ਅਪਕਾਰ ਉਹ ਬਕਾਰ ਘਾਤ ਹੈ। ਗੁਰੂ ਕੀ ਬਾਣੀ ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਦੀਆਂ ਵਾਰਾਂ ਦੇ ਵਿੱਚ ਗਨਕਾ ਦਾ ਜ਼ਿਕਰ ਆਉਂਦਾ। ਗਨਕਾ ਦਾ ਮਹਾਤਮਾ ਇੱਕ ਪਲ ਉਸ ਬੀਬੀ ਨੂੰ ਮਿਲੇ, ਬੀਬੀ ਨੇ ਮਹਾਤਮਾ ਦੀ ਗੱਲ ਦਾ ਅਸਰ ਕੀਤਾ ਵੇਸਵਾ ਨੇ, ਔਰ ਉਹਦਾ ਜੀਵਨ ਸਫਲ ਹੋ ਗਿਆ। ਇਸ ਕਰਕੇ ਗੁਰਮੁਖੋ ਬਹੁਤਾ ਨਹੀਂ ਤੇ ਥੋੜਾ ਨਹੀਂ, ਜਿੰਨਾ ਵੀ ਹੋਵੇ। ਆਪਾਂ ਜੇ ਬਾਣੀ ਨਹੀਂ ਪੜ੍ਹ ਸਕਦੇ ਤੇ ਵਾਹਿਗੁਰੂ ਤਾਂ ਕਹਿ ਸਕਦੇ ਆ ਨਾ। ਔਰ ਗੁਰੂ ਪਾਤਸ਼ਾਹ ਨੇ ਸਾਡੀ ਤੇ ਰਹਿਮਤ ਕੀਤੀ ਹੈ। ਹਜ਼ੂਰ ਕਹਿੰਦੇ ਸਤਿਗੁਰ ਤੇ ਜੋ ਮੂੰਹ ਫਿਰੇ ਵੱਧੇ ਦੁੱਖ ਸਹਾਏ। ਜਿਹੜੇ ਗੁਰੂ ਤੋਂ ਦੂਜੇ ਪਾਸੇ ਮੂੰਹ ਕਰ ਲੈਣਗੇ ਨਾ, ਉਹਨਾਂ ਨੂੰ ਵੱਧਿਆਂ ਨੂੰ ਦੁੱਖ ਸਹਿਣਾ ਪਏਗਾ। ਮੈਂ ਰਾਮ ਵਿੱਚ ਜ਼ਿਕਰ ਕੀਤਾ ਕਰਾੜ ਦਾ, ਵਪਾਰ ਦਾ, ਵਪਾਰੀ ਸੋਚ। ਦੀਨ ਦੁਨੀਆ ਦੇ ਮਾਲਕ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਿਆੜਕੋਟ ਗਏ ਨੇ। ਆਪਾਂ ਬਾਬੇ ਦੀ ਬੇਰ ਬੜੀ ਮਸ਼ਹੂਰ ਹੈ। ਕਈ ਵਾਰ ਆਪਾਂ ਗੱਲਾਂ ਕਰਦਿਆਂ ਕਰਦੇ ਕਹਿੰਦੇ ਤੂੰ ਕਿਹੜਾ ਬਾਬੇ ਦੀ ਬੇਰ ਥੱਲਿਓਂ ਆਇਆ। ਇਹ ਆਮ ਸਾਡਾ ਪੰਜਾਬੀ 'ਚ ਕਹਾਵਤ ਬਣ ਗਈ। ਉਹ ਸਿਆਲਕੋਟ ਨਗਰ ਦੇ ਵਿੱਚ ਇੱਕ
ਮੁਸਲਮਾਨ ਬਜ਼ੁਰਗ ਮਹਾਂਪੁਰਸ਼ ਹਮਜ਼ਾ ਗੌਸ ਉਹਦਾ ਨਾਂ ਲਿਖਿਆ ਹੈ। ਉਹ ਚਲੀਸਾ ਕੱਢਿਆ ਤੇ ਕਿਹੜੀ ਗੱਲ ਦਾ ਵੀ ਮੈਂ ਇਹ ਨਗਰ ਗਰਕ ਕਰ ਦੇਣਾ, ਨਰਗ ਗਰਕ ਕਰਨੀ, ਵਸਾਉਣ ਲਈ ਨਹੀਂ, ਗਰਕ ਕਰਨ ਲਈ। ਜਿਹੜਾ ਗੁਰੂ ਪਰਮੇਸ਼ਰ ਹੈ ਨਾ, ਇਹਨੂੰ ਤਰਸ ਆਉਂਦਾ ਹੈ। ਆ ਸਾਉਣ ਦਾ ਮਹੀਨਾ ਮੀਂਹ ਪੈਂਦਾ ਹੈ, ਲੇਕਿਨ ਜਿੰਨੀ ਵੱਧ ਗਰਮੀ ਪੈ ਓਨਾ ਮੀਂਹ ਵੱਧ ਪੈਂਦਾ, ਕਿਉਂਕਿ ਵੈਕਿਊਮ ਬਣ ਜਾਂਦਾ, ਖਲਾਅ ਪੈਦਾ ਹੋ ਜਾਂਦਾ ਹੈ। ਵੈਕਿਊਮ ਤੋਂ ਖਲਾਅ ਤੇ ਖਲਾਅ ਕਦੋਂ ਹੋਵੇਗਾ? ਹਵਾ ਹੌਲੀ ਹੋ ਜਾਏਗੀ। ਜਿੰਨਾ ਚਿਰ ਅਸੀਂ ਹੌਲੇ ਨਹੀਂ ਨਾ ਹੁੰਦੇ ਉਹਨਾਂ ਚਿਰ ਰਹਿਮਤ ਮੀਂਹ ਨਹੀਂ ਜੇ ਪੈਣਾ। ਜਿੰਨਾ ਚਿਰ ਅਸੀਂ ਹੌਲੇ ਨਹੀਂ ਨਾ ਹੁੰਦੇ ਉਹਨਾਂ ਚਿਰ ਰਹਿਮਤ ਦਾ ਮੀਂਹ ਨਹੀਂ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਅੰਦਰ ਤਰਸ ਹੈ, ਦਇਆ ਹੈ। ਗਏ ਤੇ ਕਹਿੰਦੇ ਉਹਨਾਂ ਦੇ ਸੇਵਕਾਂ ਨੂੰ ਕਹਿਣ ਲੱਗੇ, ਪਿਆਰੋ ਪੀਰ ਜੀ ਨੂੰ ਮਿਲਣਾ ਹੈ। ਤੇ ਪੀਰ ਨੇ ਆਪਣੇ ਚੇਲਿਆਂ ਨੂੰ ਕਿਹਾ ਸੀ ਵੀ ਮੈਂ 40 ਦਿਨ ਕਿਸੇ ਨਾਲ ਗੱਲ ਨਹੀਂ ਕਰਨੀ, ਨਗਰ ਗਰਕ ਕਰਕੇ ਬਾਹਰ ਨਿਕਲਣਾ ਹੈ। ਉੱਥੇ ਲਿਖਿਆ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਨਿਗਾਹ ਕੀਤੀ, ਜਿੱਥੇ ਉਹ ਬੈਠਾ ਸੀ ਉਹਦਾ ਗੁੰਬਦ ਪਾੜ ਗਿਆ, ਸੂਰਜ ਦੀਆਂ ਕਿਰਨਾਂ ਗਈਆਂ, ਉਹਦੇ ਵਿਸ਼ਵਾਸ ਦੇ ਮੁਤਾਬਕ ਉਹਦਾ ਚਲੀਸਾ ਭੰਗ ਹੋ ਗਿਆ। ਉਹਦੇ ਵਿਸ਼ਵਾਸ ਮੁਤਾਬਕ ਕਹਿਣ ਲੱਗਾ ਕੀ ਗੱਲ ਬਣੀ ਹੈ? ਉਹਦੇ ਚੇਲਿਆਂ ਨੇ ਆਖਿਆ ਪੀਰਾਂ ਦਾ ਪੀਰ ਆਇਆ ਗੁਰੂ ਨਾਨਕ। ਮੈਂ ਲਫ਼ਜ਼ ਆਪ ਜੀ ਨੂੰ ਤਾਂ ਕਿਹਾ ਹੈ, ਅਸੀਂ ਪੀਰਾਂ ਦੇ ਪੀਰ ਗੁਰੂ ਨਾਨਕ ਦੇ ਸਿੱਖ ਹੋ ਕਰਕੇ ਬੰਦਿਆਂ ਦੇ ਡੇਰਿਆਂ ਤੇ ਧੱਕੇ ਨਾ ਖਾਣ ਜਾਇਆ ਕਰੀਏ। ਸਾਡਾ ਗੁਰੂ ਪੀਰਾਂ ਦਾ ਪੀਰ ਹੈ। ਆਪਾਂ ਹੁਣੇ ਪੰਕਤੀ ਪੜ੍ਹੀ, ਗਿਆਨ ਧਿਆਨ ਕਿਛ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰੂ ਨਾਨਕ ਮੇਰੇ ਗੁਰਦੇਵ ਦਾ ਅਵਤਾਰ ਹੋਇਆ ਤੇ ਦੇਵਤਿਆਂ ਨੇ ਆਰਤੀ ਕੀਤੀ। ਬਾਲ ਅਵਸਥਾ ਹੈ, ਮੇਰਾ ਮਾਲਕ ਮੌਜ ਵਿੱਚ ਪਿਆ ਹੈ, ਸੱਪ ਕਿਸੇ ਦਾ ਮਿੱਤਰ ਨਹੀਂ। ਆਪਾਂ ਕਹਿੰਦੇ ਸੱਪੇ ਦੁੱਧ ਪਿਆ ਲਈਏ, ਵਿਓ ਮੁਕਤੀ ਛੱਡੇ, ਬਾਬੇ ਨਾਨਕ ਦੀ ਸ਼ਕਤੀ ਕਰਾਮਾਤ। ਸੱਪ ਵੀ ਫਨ ਖਿਲਾਰ ਕੇ ਉੱਪਰ ਖਲੋਤਾ, ਮੇਰੇ ਬਾਪੂ ਨੂੰ ਧੁੱਪ ਨਾ ਲੱਗ ਜਾਏ। ਤੇ ਆਪਾਂ ਉਸ ਗੁਰੂ ਨਾਨਕ ਦੇ ਸਿੱਖ ਹੋ ਕੇ ਜਾ ਕੇ ਬੰਦਿਆਂ ਤੋਂ ਫੂਕਾਂ ਮਰਾਉਂਦੇ ਆ, ਅਖੇ ਨਾਮ ਲੈਣ ਚੱਲੇ ਆ। ਬਲੈਕ ਦਾ ਨਾਮ ਨਾ ਲੈਣ ਜਾਇਆ ਕਰੋ। ਜੇ ਅਸਲੀ ਨਾਮ ਲੈਣਾ ਨਾ ਤੇ ਅਕਾਲ ਤਖਤ ਸਾਹਿਬ 12 ਵਜੇ ਅੰਮ੍ਰਿਤ ਸੰਚਾਰ ਹੋਣਾ, ਉਹ ਨਾਮ ਲਾਓ, ਉਹ ਫੂਕਾਂ ਨਾ ਮਰਾਓ ਕੰਨਾਂ 'ਚ। ਫੂਕਾਂ ਦਾ ਤਾਂ ਮਾਰੀ ਦੀਆਂ, ਅੱਗ ਬੁਝੀ ਹੋਵੇ ਨਾ ਤੇ ਅੱਗ ਲੱਗ ਜਾਏ। ਕਈ ਵਾਰ ਅੱਗ ਬੁਝ ਜਾਂਦੀ ਹੈ ਨਾ ਤੇ ਫੂਕਾਂ ਮਾਰਦੇ ਆ। ਜਿਹੜੀਆਂ ਫੂਕਾਂ ਨਾਲ ਅੱਗ ਲੱਗਣੀ ਉਹ ਨਾਮ ਨਾ ਲਾਓ, ਜਿਹੜੀ ਅੱਗ ਬੁਝਾਉਂਦੀ ਉਸ ਨਾਲ ਜੁੜੋ। ਰੋਹ ਵਿਚਾਰ ਆਇਆ ਬਾਹਰ, ਕਈ ਦਿਨ ਭੁੱਖਾ ਰਿਹਾ, ਸਰੀਰ ਕਮਜ਼ੋਰ ਹੋ ਗਿਆ ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਸਾਈਂ ਲੋਕੋ ਆਪਾਂ ਖੁਦਾ ਦੇ ਪਿਆਰੇ ਆ ਤੇ ਖੁਦਾ ਤਾਂ ਹੈ ਦਿਆਲੂ ਕਿਰਪਾਲੂ। ਤੇ ਚੱਕਰ ਕੀ ਕਹਿਣ ਲੱਗਾ ਜੀ, ਇਹ ਨਗਰ ਅਕਿਰਤ ਘਣਾ ਦਾ ਨਗਰ ਹੈ। ਕੈਸੇ ਕਿਰਤ ਘਣ? ਕਹਿੰਦਾ ਜੀ ਇਸ ਨਗਰ ਦੇ ਵਿੱਚ ਕਿਸੇ ਦੇ ਘਰ ਔਲਾਦ ਨਹੀਂ ਸੀ। ਮੈਂ ਦੁਆ ਕੀਤੀ, ਜਿਹਨੂੰ ਆਪ ਅਰਦਾਸ ਕਹਿ ਦਿੰਦੇ ਆ, ਤੇ ਮੈਂ ਦੁਆ ਕਰਨ ਤੋਂ ਪਹਿਲਾਂ ਉਸ ਪ੍ਰੇਮੀ ਨੂੰ ਆਖਿਆ ਵੀ ਮਿੱਤਰਾ, ਜੇ ਤੇਰੇ ਘਰ 2 ਪੁੱਤ ਹੋਏ ਤੇ ਇੱਕ ਮੈਨੂੰ ਦੇ ਦੇ। ਵੇਖੋ ਖੁਦਾ ਦਾ ਕਰਮ, ਉਹਦੇ ਘਰ 3 ਪੁੱਤਰ ਹੋਏ ਤੇ ਮੁੱਕਰ ਗਿਆ। ਤੇ ਗੁਰੂ ਬਾਬਾ ਹੱਸ ਕੇ ਕਹਿਣ ਲੱਗਾ, ਮਾਲ ਮਾਲਕਾਂ ਦਾ ਸਬੂਨਗਰਾਂ ਦਾ ਨਾਂ। ਕਹਿਣ ਲੱਗਾ ਪੀਰ ਜੀ ਮੈਂ ਸਮਝਿਆ ਨਹੀਂ। ਤੇ ਸਤਿਗੁਰੂ ਪਾਤਸ਼ਾਹ ਕਹਿੰਦੇ, ਸਾਈਂ ਲੋਕਾ ਤੇਰੇ ਆਪਣੇ ਬਚਨ ਨੇ ਮੈਂ ਖੁਦਾ ਕੋਲੋਂ ਮੰਗ ਕੇ ਦਿੱਤਾ ਤੇ ਦੇਣ ਵਾਲਾ ਨਾਰਾਜ਼ ਨਹੀਂ, ਤੂੰ ਕਿੱਥੋਂ ਨਾਰਾਜ਼ ਹੋ ਗਿਆ? ਤੂੰ ਇਹੋ ਆਖਿਆ ਨਾ ਮੈਂ ਖੁਦਾ ਅੱਗੇ ਬੇਨਤੀ ਕੀਤੀ ਤੇ ਖੁਦਾ ਨੇ ਕਿਰਪਾ ਕੀਤੀ, ਦਿੱਤੇ ਖੁਦਾ ਨੇ ਤੇ ਗਰਮੀ ਤੈਨੂੰ। ਭਲਿਆ ਲੋਕਾਂ ਸਾਰੇ ਮਾੜੇ ਨਹੀਂ ਹੁੰਦੇ, ਸਾਰੇ ਹਰ ਥਾਂ ਤੇ ਚੰਗੇ ਵੀ ਤੇ ਮਾੜੇ ਨੇ। ਪਰ ਤੂੰ ਕਿਹਨਾਂ ਨਗਰੀ ਗਰ ਕਰ ਦੇਣਾ, ਵਿਖਾ ਦੇਣੇ ਤੈਨੂੰ। ਉੱਥੇ ਸਾਡਾ ਇਤਿਹਾਸ ਕਹਿੰਦਾ ਕਿ ਗੁਰਦੇਵ ਨੇ ਟਕਾ ਦਿੱਤਾ ਵੀ ਜਾ ਸੱਚ ਤੇ ਝੂਠ ਖਰੀਦ ਕੇ ਲਿਆ। ਆਪਾਂ ਪੰਕਤੀ ਵਿਚਾਰ ਰਹੇ, ਸਤਿਗੁਰ ਤੇ ਜੇ ਮੂੰਹ ਫਿਰੇ
ਸੇ ਬੱਧੇ ਦੁੱਖ ਸਹਾਏ। ਭਾਈ ਮਰਦਾਨਾ ਜੀ ਗਏ, ਦੁਕਾਨਦਾਰ ਨੂੰ ਪੁੱਛਦੇ ਵੀ ਗੁਰਮੁਖੋ ਸੱਚ ਤੇ ਝੂਠ ਲੈਣਾ, ਤੇ ਕਹਿੰਦੇ ਬਾਬਾ ਜੀ ਕਿਹੋ ਜੀਆਂ ਭੋਲੀਆਂ ਗੱਲਾਂ ਕਰਦੇ, ਕੋਈ ਸੌਦਾ ਹੁੰਦਾ ਇਹੋ ਜਿਹਾ? ਵਪਾਰੀ ਸੋਚ ਵਾਲਾ ਬੰਦਾ ਮੂਲਾ ਦੁਕਾਨ ਤੇ ਬੈਠਾ ਤੇ ਕਹਿੰਦਾ ਜੀ ਮੇਰੇ ਕੋਲ ਆ ਜਾਓ, ਮੇਰੇ ਕੋਲ ਹੈ, ਮੇਰੇ ਕੋਲ ਹੈ। ਭਾਈ ਮਰਦਾਨਾ ਜੀ ਵੀ ਖੁਸ਼ ਹੋਏ ਵੀ ਚਲੋ ਛੇਤੀ ਸੌਦਾ ਮਿਲ ਗਿਆ। ਹੱਥ ਕੀਤਾ, ਭਾਈ ਮਰਦਾਨੇ ਜੀ ਨੇ ਟਕਾ ਉਹਦੇ ਹੱਥ ਤੇ ਰੱਖਿਆ। ਉਹਨੇ ਵਹੀ ਚੋਂ ਕਾਗਜ਼ ਪਾੜ ਕੇ ਤੇ ਇੱਕ ਤੇ ਲਿਖਿਆ ਮਰਨਾ ਸੱਚ ਤੇ ਦੂਜੇ ਤੇ ਲਿਖਿਆ ਜਿਉਣਾ ਝੂਠ। ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਕੋਲ ਭਾਈ ਮਰਦਾਨੇ ਜੀ ਗਏ ਤੇ ਉਹ ਪੁੜੀਆਂ ਖੋਲੀਆਂ। ਹਜ਼ੂਰ ਕਹਿਣ ਲੱਗੇ ਸਾਈਂ ਲੋਕਾ ਪੜ੍ਹ ਲਾ, ਜਿਨ੍ਹਾਂ ਨੇ ਮਰਨ ਨੂੰ ਸੱਚ ਜਾਣਿਆ ਉਹ ਮਾੜੇ ਕਿਵੇਂ ਹੋਏ? ਭਾਈ ਮਰਦਾਨੇ ਦੇ ਜਾਣ ਤੋਂ ਬਾਅਦ ਮੱਥਾ ਠਣਕਿਆ ਮੂਲੇ ਦਾ ਵੀ ਇਹੋ ਜਿਹੜੇ ਸੌਦਾ ਖਰੀਦਦੇ ਜਾਵਾਂ, ਵੇਖਾਂ ਤਾਂ ਸੀ ਵੀ ਕੌਣ ਨੇ। ਚਲਾ ਗਿਆ, ਗੁਰੂ ਕੇ ਦਰਸ਼ਨ ਕੀਤੇ, ਮਨ ਵਿਰਾਗ ਵਿੱਚ ਆ ਗਿਆ। ਇਹਦੀਆਂ ਵਿਰਾਗ ਦੀਆਂ ਮਹਾਂਪੁਰਸ਼ਾਂ ਨੇ ਸਾਨੂੰ 3 ਕਿਸਮਾਂ ਪੜ੍ਹਾਈਆਂ ਨੇ, ਗਧਾ ਵਿਰਾਗ, ਘੋੜਾ ਵਿਰਾਗ ਤੇ ਸ਼ੇਰ ਵਿਰਾਗ। ਗਧਾ ਵਿਰਾਗ ਇਹ ਹੁੰਦਾ ਹੈ ਇੱਕ ਖੋਤਾ ਹਿੰਗਿਆ ਤੇ ਬਾਕੀ ਹਿੰਗਣ ਲੱਗ ਪਿਆ। ਕੋਈ ਲਹਿਰ ਚੱਲੀ ਤੇ 2-4 ਦਿਨ ਮੁੜ ਕੇ ਸਾਥ ਦਿੱਤਾ ਤੇ ਮੁੜ ਕੇ ਕੁਝ ਵੀ ਨਹੀਂ। ਘੋੜਾ ਵਿਰਾਗ ਦਾ ਭਾਵ ਹੁੰਦਾ ਵੀ ਜਿਵੇਂ ਘੋੜਾ ਚਰਨ ਜਾਂਦਾ ਤੇ ਆ ਜਾਂਦਾ, ਘਰਦਿਆਂ ਨਾਲ ਨਾਰਾਜ਼ ਹੋ ਕਰਕੇ ਕਹਿਣ ਲੱਗਾ ਵੀ ਸਾਰਾ ਕੁਝ ਝੂਠ ਹੈ, ਮੈਂ ਬਾਬਿਆਂ ਕੋਲ ਜਾ ਕੇ ਵਿਦਿਆ ਪੜ੍ਹਨੀ, ਮੈਂ ਵਿਆਹ ਨਹੀਂ ਕਰਾਉਣਾ। ਤੇ 3 ਕੁ ਮਹੀਨਿਆਂ ਤੋਂ ਬਾਅਦ ਮਾਸੜ ਆਇਆ ਤੇ ਸਾਥੀਆਂ ਉਹਨੂੰ ਕਹਿਣ ਲੱਗਾ ਵੀ ਕਹਿੰਦੇ ਵਿਆਹ ਚੰਗਾ ਹੁਣ ਮੈਂ ਕਰਾ ਲੈਣਾ। ਪਹਿਲਾਂ ਛੜੀਆਂ ਮਾਰਦਾ ਸੀ 3 ਮਹੀਨੇ ਪਹਿਲਾਂ। ਤੇ ਘੋੜਾ ਵਿਰਾਗ, ਸ਼ੇਰ ਵਿਰਾਗ ਦਾ ਭਾਵ ਹੁੰਦਾ ਹੈ ਵੀ ਜਿੰਨਾ ਚਿਰ ਸ਼ੇਰ ਸ਼ਿਕਾਰ ਨਾ ਕਰ ਲਏ ਉਹ ਆਪਣੀ ਕੁਟੀਆ 'ਚ ਆਪਣੀ ਗੁਫਾ 'ਚ ਨਹੀਂ ਆਉਂਦਾ। ਇਸੇ ਪ੍ਰਕਾਰ ਅਸਲੀ ਸ਼ੇਰ ਵਿਰਾਗ ਉਹ ਹੈ ਪ੍ਰਭੂ ਦੀ ਪ੍ਰਾਪਤੀ ਵਾਸਤੇ ਗੁਰਮਤਿ ਨੂੰ ਗ੍ਰਹਿਣ ਕਰਨਾ ਔਰ ਆਪਣੇ ਜੀਵਨ ਦਾ ਅੰਗ ਬਣਾ ਕਰਕੇ ਆਪਣੇ ਜੀਵਨ ਨੂੰ ਸਫਲਾ ਕਰਨਾ। ਇਹਨੂੰ ਕਹਿੰਦੇ ਨੇ ਸ਼ੇਰ ਵਿਰਾਗ। ਕਹਿਣ ਲੱਗਾ ਜੀ ਮੈਂ ਤੁਹਾਡੇ ਨਾਲ ਜਾਣਾ। 6 ਮਹੀਨੇ ਲੰਘੇ ਤੇ ਸਤਿਗੁਰੂ ਪਾਤਸ਼ਾਹ ਨੇ ਟਟੋਲਣ ਲਈ ਆਖਿਆ ਵੀ ਮੂਲਿਆ ਗੱਲ ਵਿਗੜਦੀ ਜਾਪਦੀ। ਕਹਿੰਦਾ ਜੀ ਕਿਵੇਂ? ਹਜ਼ੂਰ ਕਹਿੰਦੇ ਵੀ ਤੇਰੇ ਸ਼ਰੀਕ ਕਹਿੰਦੇ ਨੇ ਵੀ ਮੂਲਾ ਕਿਤੇ ਮਰ ਗਿਆ ਤੇ ਤੂੰ ਸਤੀ ਹੋ ਜਾ, ਤੇ ਕਿਵੇਂ ਹੈ? ਕਹਿਣ ਲੱਗਾ ਜਿਵੇਂ ਕਿਵੇਂ ਹੁੰਦਾ ਜੀ ਮੈਨੂੰ ਪਹੁੰਚਾਓ, ਮੇਰੀ ਘਰ ਵਾਲੀ ਮਰ ਨਾ ਜਾਏ। ਜਿਵੇਂ ਕਿਵੇਂ ਹੁੰਦਾ ਪਹੁੰਚਾ ਦਿਓ ਮੈਨੂੰ। ਤੇ ਮਰਦਾਨਾ ਕੋਲੋਂ ਹੱਸ ਕੇ ਕਹਿਣ ਲੱਗਾ ਮੂਲਿਆ ਜਿਹੜੇ ਗੁਰੂ ਦੇ ਲੜ ਲੱਗਾ ਨਾ ਇਹਦੇ ਹੁੰਦਿਆਂ ਖਤਰਾ ਕੋਈ ਨਹੀਂ। ਕਹਿਣ ਲੱਗਾ ਹੁਣ ਤੂੰ ਤਾਂ ਭਾਈ ਮਰਦਾਨੇ ਨੂੰ ਕਹਿਣ ਲੱਗਾ ਵੀ ਤੂੰ ਤਾਂ ਘਰੋਂ ਨਿਕਲਿਆ ਤੇ ਮੈਨੂੰ ਹੀ ਪੱਟਦਾ। ਪਹੁੰਚ ਗਿਆ ਆਪਣੇ ਨਗਰ, ਫਿਰ ਸਿਆਲਕੋਟ ਆ ਗਿਆ। ਸਮਾਂ ਆਪਣੀ ਚਾਲ ਚੱਲਿਆ ਤੇ ਸਤਿਗੁਰੂ ਪਾਤਸ਼ਾਹ ਸਿਆਲਕੋਟ ਦੁਬਾਰਾ ਆਏ ਤੇ ਕਹਿਣ ਲੱਗੇ ਮਰਦਾਨਿਆ ਆਪਣੇ ਮੂਲੇ ਨੂੰ ਮਿਲ ਚਲੀਏ ਵੀ ਉਹਦਾ ਕੀ ਹਾਲ ਚਾਲ ਹੈ। ਜਦੋਂ ਮੋੜ ਤੋਂ ਮੁੜਦਿਆਂ ਬਾਬੇ ਨਾਨਕ ਦੇ ਮਰਦਾਨੇ ਜੀ ਨੂੰ ਤੱਕਿਆ ਨਾ ਮੂਲੇ ਦੀ ਘਰਵਾਲੀ ਦੇ, ਕਹਿਣ ਲੱਗੀ ਆ ਗਏ ਉਹ ਬਾਬੇ ਜਿਨ੍ਹਾਂ ਨੇ ਮੇਰਾ ਪਹਿਲਾਂ ਕਾਰਾ ਜਾੜ ਦਿੱਤਾ। ਲੁਕ ਜਾ ਕਿਤੇ ਉਤਰਿਆ ਸੱਜੇ ਖੱਬੇ। ਕਹਿਣ ਲੱਗਾ ਕਿੱਥੇ ਲੁਕਾਂ? ਕਹਿਣ ਲੱਗੀ ਆ ਪਾਥੀਆਂ ਦਾ ਘੂਰਾ ਨਹੀਂ ਦਿਸਦਾ। ਜਿਹਨੇ ਕਦੇ ਲਿਖਿਆ ਸੀ ਮਰਨਾ ਸੱਚ ਤੇ ਜਿਉਣਾ ਝੂਠ, ਗੁਰੂ ਭੁੱਲ ਗਿਆ ਤੇ ਪਾਥੀਆਂ ਦੇ ਘੂਰੇ 'ਚ ਲੜ ਗਿਆ। ਸਤਿਗੁਰੂ ਪਾਤਸ਼ਾਹ ਹੱਸ ਪਏ ਤੇ ਕਹਿਣ ਲੱਗੇ ਮਰਦਾਨਿਆਂ ਆਵਾਜ਼ ਮਾਰ ਆਪਣੇ ਮਿੱਤਰ ਨੂੰ। ਆਵਾਜ਼ ਮਾਰੀ, ਸੇਠਾ ਮੂਲਿਆ ਕੀ ਹਾਲ ਹੈ? ਤੇ ਘਰਵਾਲੀ ਕਹਿਣ ਲੱਗੀ ਬਾਬਾ ਜੀ ਉਹ ਹੈ ਨਹੀਂ। ਤੇ ਭਾਈ ਮਰਦਾਨਾ ਜੀ ਕਹਿਣ ਲੱਗੇ ਜੇ ਹੈ ਨਹੀਂ ਤੇ ਆਪਾਂ ਕਰਨਾ ਕੀ, ਚਲੋ ਚੱਲੀਏ। ਉਹ ਜੀ ਹੈ ਨਹੀਂ। ਸੱਪ ਲੜਿਆ, ਲੱਗਾ ਆਏ ਆਏ ਕਰਨ। ਆਪਾਂ ਬਾਣੀ 'ਚ ਪੜ੍ਹਦੇ ਹਾਂ ਪਾਪੀ ਕਰਮ ਕਮਾਉਂਦੇ
ਕਰਦੇ ਹਾਏ ਹਾਏ, ਨਾਨਕ ਜਿਉ ਮਥਨ ਮਧਾਣੀਆਂ ਤਿਉ ਮਥੇ ਧਰਮ ਰਾਏ। ਜਦੋਂ ਸੰਕਟ ਆਉਂਦਾ ਆਪਾਂ ਨੂੰ, ਉਦੋਂ ਗੁਰੂ ਦਾ ਬੜਾ ਚੇਤਾ ਆਉਂਦਾ ਹੈ। ਜਦੋਂ ਸੰਕਟ ਆਉਂਦਾ ਉਦੋਂ ਸੁਖਮਨੀ ਸਾਹਿਬ ਦਾ ਬੜਾ ਚੇਤਾ ਆਉਂਦਾ, ਉਦੋਂ ਅੰਗ ਲੱਭ ਲੈਨੇ ਵੀ ਫਲਾਣੇ ਅੰਗ ਤੇ ਹੈ। ਤੇ ਤੁਲਸੀਦਾਸ ਜੀ ਨੇ ਬੜਾ ਸੁੰਦਰ ਲਿਖਿਆ, ਕਹਿੰਦੇ ਦੁੱਖ ਮੈਂ ਸਿਮਰਨ ਸਭ ਕਰੇ, ਸੁਖ ਮੈਂ ਕਰੇ ਨਾ ਕੋਏ। ਤੁਲਸੀਦਾਸ ਦੀ ਰਮਾਇਣ ਕਹਿੰਦੇ ਜੋ ਸੁਖ ਮੈਂ ਸਿਮਰਨ ਕਰੇ, ਦੁੱਖ ਨਾ ਕਾਹੂ ਹੈ। ਆਪਾਂ ਸੁੱਖ ਦੇ ਮੌਕੇ ਰੱਬ ਨੂੰ ਚੇਤੇ ਨਹੀਂ ਕਰਦੇ। ਜੇ ਸੁੱਖ ਦੇ ਮੌਕੇ ਚੇਤੇ ਕਰਾਂਗੇ ਦੁੱਖ ਆਉਣਾ ਹੀ ਨਹੀਂ। ਲੜ ਗਿਆ ਸੱਪ, ਸ਼ਰੀਕਾ ਇਕੱਠਾ ਹੋ ਗਿਆ, ਪਾ ਲਿਆ ਮੰਜੇ ਉੱਪਰ, ਲੈ ਗਏ ਬਾਬਾ ਤੇਰਾ ਫੇਰ ਵੀ। ਕਹਿਣ ਲੱਗੇ ਮਿੱਤਰੋ ਲੇਟ ਹੋ ਗਿਆ, ਲੇਟ, ਕੋਈ ਗੱਲ ਨਹੀਂ, ਲੈ ਆਇਓ। 10ਵੇਂ ਜਾਮੇ 'ਚ ਸਾਏ ਦੀ ਜੂਨ ਵਿੱਚ ਪਿਆ ਹੋਵੇਗਾ, ਤੈਨੂੰ ਮੁਕਤ ਕਰ ਦਿਆਂਗੇ। 1 ਮਿੰਟ ਆਵਾਜ਼ ਨਹੀਂ ਦਿੱਤੀ, 200 ਸਾਲ ਦਾ ਚੱਕਰ ਪਿਆ ਜੇ। ਆਵਾਜ਼ ਮਾਰੀ, ਅੰਗਾਰਾ ਨਹੀਂ ਭਰਿਆ ਤੇ 200 ਸਾਲ ਲੇਟ, ਇੰਨੀ ਗੱਡੀ ਲੇਟ ਹੋ ਜਾਂਦੀ ਜੇ ਗੁਰੂ ਨੂੰ ਅੰਗਾਰਾ ਨਾ ਭਰੀਏ ਤੇ। ਇਸ ਕਰਕੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਮੇਰੇ ਮਾਲ ਕਹਿੰਦੇ, ਸਤਿਗੁਰ ਤੇ ਜੋ ਮੋਹ ਫਿਰੇ ਸੇ ਬੱਧੇ ਦੁੱਖ ਸਹਾਏ। ਜਿਹੜੇ ਗੁਰੂ ਵਾਲੇ ਪਾਸੇ ਤੋਂ ਮੂੰਹ ਮੋੜਦੇ ਨੇ ਨਾ, ਉਹ ਬੱਧੇ ਦੁੱਖਾਂ ਨੂੰ ਸਹਿੰਦੇ ਨੇ, ਝੱਲਣੇ ਪੈਂਦੇ ਹਨ। ਫਿਰ ਫਿਰ ਮਿਲਨ ਨਾ ਪਾਏ ਨੀ, ਵਾਰ-ਵਾਰ ਕਦੇ ਜੰਮ ਪਏ, ਕਦੇ ਮਰ ਗਏ, ਕਦੇ ਮਰ ਗਏ, ਕਦੇ ਜੰਮ ਪਏ, ਵਾਰ-ਵਾਰ ਦੁਖੀ ਹੁੰਦੇ ਹਨ। ਜੰਮਹਿ ਤੈ ਮਰ ਜਾਹੇ। ਕਹਿੰਦੇ ਇਸ ਪ੍ਰਕਾਰ ਕਦੇ ਜੰਮ ਪਏ ਤੇ ਕਦੇ ਮਰ ਗਏ। ਸ਼੍ਰੀ ਰਾਮਚੰਦਰ ਦੀ ਕਥਾ ਦੇ ਵਿੱਚ ਇੱਕ ਥਾਂ ਤੇ ਪੜ੍ਹਿਆ, ਸ਼੍ਰੀ ਰਾਮਚੰਦਰ ਜੀ ਆਪਣੇ ਸੇਵਕਾਂ ਦੇ ਨਾਲ, ਉਹਨਾਂ ਦੇ ਗੁਰੂ ਜੀ ਦੇ ਵਿਸ਼ਿਸ਼ਟ ਜੀ ਬੈਠੇ ਨੇ। ਇੱਕ ਨਿੱਕਾ ਜਿਹਾ ਕੀੜਾ ਕੰਧ ਤੇ ਚੜ੍ਹਿਆ ਤੇ ਡਿੱਗ ਪੈਂਦਾ ਹੈ। ਚੁੱਪਚਾਪ ਸੀ। ਰਾਮਚੰਦਰ ਜੀ ਹੱਸ ਪਏ ਤੇ ਵਿਸ਼ਿਸ਼ਟ ਜੀ ਕਹਿਣ ਲੱਗੇ ਵੀ ਰਾਮ ਜੀ ਹੱਸੇ ਕਿਉਂ? ਕਹਿਣ ਲੱਗੇ ਜੀ ਪ੍ਰਮਾਤਮਾ ਦੇ ਰੰਗਾਂ ਤੋਂ। ਵਿਸ਼ਿਸ਼ਟ ਜੀ ਕਹਿਣ ਲੱਗੇ ਜੀ ਪ੍ਰਮਾਤਮਾ ਦੇ ਰੰਗ ਤੋਂ ਭਾਵ ਕੀ? ਸ਼੍ਰੀ ਰਾਮ ਜੀ ਕਹਿਣ ਲੱਗੇ ਜਿਹੜਾ ਕੰਧ ਤੇ ਕੀੜਾ ਚੜ੍ਹਦਾ ਨਾ, ਇਹ 14 ਵੇਰ ਇੰਦਰ ਦੀ ਪਦਵੀ ਨੂੰ ਪ੍ਰਾਪਤ ਕਰ ਚੁੱਕਾ, ਹੁਣ ਫੇਰ ਕੀੜੇ ਦਾ ਕੀੜਾ। ਤੇ ਸੁਰਗ ਦੇ ਰਾਜੇ ਨੂੰ ਕਹਿੰਦੇ ਨੇ ਇੰਦਰ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਵਾਰ-ਵਾਰ ਆਉਂਦੇ ਤਾਂ ਹਨ ਪਰ ਮਿਲਦੇ ਨਹੀਂ। ਇਸ ਕਰਕੇ ਕਦੇ ਜੰਮ ਪਏ ਤੇ ਕਦੇ ਮਰ ਗਏ। ਸਹਸਾ ਰੋਗ ਨਾ ਛੋੜਈ। ਜਿਹੜਾ ਮਨ ਵਿੱਚ ਸੰਸਾ ਨਾ ਸਾਡੇ ਸ਼ੰਕਾ, ਆਹ ਕੰਮ ਕਰੀਏ ਤੇ ਪਤਾ ਨਹੀਂ ਹੋਵੇ ਕਿ ਨਾ। ਜਿਵੇਂ ਆਪਾਂ ਕਹਿੰਦੇ ਗਿਆਨੀ ਜੀ ਸਾਡੀ ਅਰਦਾਸ ਕਰ ਦਿਓ, ਤੇ ਗੁਰਮੁਖਾ ਤੇਰੀ ਗੁਰੂ ਨਾਲ 751 ਹੋਈ ਹੈ ਵੀ ਤੇਰੀ ਗੁਰੂ ਸੁਣੇਗਾ ਨਾ। ਅੰਗਰੇਜ਼ੀ ਵਿੱਚ ਬੜੀ ਇੱਕ ਸੋਹਣੀ ਕਹਾਵਤ ਹੈ, ਕਹਿੰਦੇ ਓਨਲੀ ਦਾ ਵੀਰ ਨੋਜ ਵੇਅਰ ਦਾ ਸ਼ੂ ਪਿੰਚਜ। ਜਿਹਨੂੰ ਜੁੱਤੀ ਲੱਗਦੀ ਹੈ ਨਾ, ਉਹਨੂੰ ਪਤਾ ਵੀ ਕਿੱਥੋਂ ਚੁੱਭਦੀ ਹੈ। ਦਰਦ ਤੈਨੂੰ ਹੈ ਤੇ ਮੈਂ ਕੀ ਦੱਸਾਂਗਾ ਗੁਰੂ ਨੂੰ? ਤੂੰ ਦੱਸ ਵੀ ਪਾਤਸ਼ਾਹ ਮੇਰੇ ਤੇ ਕਿਰਪਾ ਕਰ, ਮੈਨੂੰ ਆਹ ਪਰੇਸ਼ਾਨੀ ਹੈ। ਉਹ ਜਾਣਦਾ ਹੀ, ਉਹ ਅੱਖਰਾਂ ਦੀ ਭਾਸ਼ਾ ਦੇ ਨਾਲੋਂ ਦਿਲ ਦੀ ਭਾਸ਼ਾ ਨੂੰ ਬਹੁਤ ਜਲਦੀ ਜਾਣਦਾ। ਆਪਾਂ ਦਿਲ ਤੋਂ ਅਰਦਾਸ ਹੀ ਨਹੀਂ ਕਰਦੇ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਮਨ ਵਿੱਚ ਸੰਸਾ ਦਾ ਰੋਗ ਹੋਣ ਕਰਕੇ ਇਹ ਛੱਡਦਾ ਨਹੀਂ, ਔਰ ਇਸ ਕਰਕੇ ਇੱਕ ਦੁੱਖ ਮੁੱਕਾ ਤੇ ਦੂਜਾ ਆ ਗਿਆ। ਦੁੱਖ ਹੀ ਮਹਿ ਦੁੱਖ ਪਾਹੇ। ਔਰ ਕਹਿੰਦੇ ਇੱਕ ਦੁੱਖ ਮੁੱਕਾ ਤੇ ਫਿਰ ਦੂਜਾ ਦੁੱਖ ਦੂਜਾ ਦੁੱਖ ਸ਼ੁਰੂ ਹੋ ਗਿਆ ਹੈ। ਨਾਨਕ ਨਦਰੀ ਬਖਸ਼ ਲੇਹ। ਹਾਂ, ਜੇ ਕਿਤੇ ਉਹਦੀ ਨਿਗਾਹ ਪੈ ਜਾਏ ਨਾ ਤੇ ਬਖਸ਼ਿਆਂ ਕਰ ਦਿੰਦਾ। ਜਾ ਪਰ ਜਾਨਾ ਪੜ੍ਹਦੇ ਜਿਨ ਕੋ ਨਦਰ ਨਿਗਾਹ, ਕਰਮ ਤਿਨਕਾਰ, ਕਰਮ ਦਾ ਅਰਥ ਹੈ ਬਖਸ਼ਿਸ਼। ਜਿਨ ਕੋ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਨਾਨਕ ਨਦਰੀ ਬਖਸ਼ ਲੈ। ਜਿਹਦੇ ਤੇ ਨਿਗਾਹ ਪੈ ਗਈ ਉਹਦੇ ਤੇ ਕਰਮ ਕਰ ਦਿੱਤਾ, ਉਹਨੂੰ ਬਖਸ਼ ਦਿੱਤਾ। ਸਭ ਦੇ ਮੇਲ ਮਿਲਾਹੇ। ਔਰ ਇਹ ਰੀਕਨੈਕਟ ਹੋਣ ਦਾ ਤਰੀਕਾ ਕੀ, ਮਿਲਾਪ ਕਿਵੇਂ ਹੋਵੇਗਾ? ਗੁਰੂ ਦੇ ਉਪਦੇਸ਼ ਦੇ ਦੁਆਰਾ ਹੀ ਮਿਲਿਆ ਜਾ ਸਕਦਾ ਹੈ। ਗੁਰੂ ਦੇ ਉਪਦੇਸ਼ ਨੂੰ ਕਮਾਉਣ ਦਾ ਯਤਨ ਕਰ। ਮਹੱਲਾ ਤੀਜਾ।
ਜੋ ਸਤਿਗੁਰ ਤੇ ਮੋਹ ਫਿਰੇ ਜਿਹੜੇ ਭਾਈ ਗੁਰੂ ਵਾਲੇ ਪਾਸੇ ਤੋਂ ਆਪਣਾ ਮੂੰਹ ਫੇਰ ਲੈਂਦੇ ਹਨ, ਤਿਨਾ ਠੌਰ ਨ ਉਹਨਾਂ ਨੂੰ ਠਾਓ। ਕਿਸੇ ਪ੍ਰਕਾਰ ਕੋਈ ਟਿਕਾਣਾ ਨਹੀਂ, ਕੋਈ ਝਲਦਾ ਨਹੀਂ। ਜਿਉ ਛੁੱਟੜ ਘਰ ਘਰ ਫਿਰੈ ਜਿਵੇਂ ਪਤੀ ਨੇ ਆਪਣੀ ਪਤਨੀ ਤਿਆਗ ਦਿੱਤੀ ਤੇ ਉਹ ਘਰ ਘਰ ਫਿਰਦੀ ਹੈ, ਇਸੇ ਪ੍ਰਕਾਰ ਜੀਵ ਰੂਪੀ ਇਸਤਰੀ ਪਰਮਾਤਮਾ ਦੇ ਨਾਲੋਂ ਟੁੱਟ ਗਏ। ਕਦੇ ਦਰਖਤਾਂ ਦੀ ਪੂਜਾ, ਕਦੇ ਮੜੀਆਂ ਦੀ ਪੂਜਾ, ਕਦੇ ਮੱਟਾਂ ਦੀ ਪੂਜਾ ਕਰਦੀ ਹੈ। ਦੋ ਚਾਰਨ ਬਦਨਾਓ। ਇਸ ਕਰਕੇ ਦੋ ਚਾਰਨ ਕਰੈਕਟਰ ਤੋਂ ਹੀਣੀ ਹੋਣ ਕਰਕੇ ਬਦਨਾਮ ਹੈ। ਕਹਿੰਦੇ ਨਹੀਂ ਇਹਨੂੰ ਬੇਬੇ ਬੁਲਾਵੀ ਨਾ ਛੁੱਟੜੀ, ਇਹਨੂੰ ਬੁਲਾਵੀ ਨਾ। ਇਸ ਪ੍ਰਕਾਰ ਬਦਨਾਮ ਤੋਂ ਭਾਵ ਭੈੜਾ ਨਾਮ। ਨਾਨਕ ਗੁਰਮੁਖ ਬਖਸ਼ੀਐ। ਹਾਂ, ਸਤਿਗੁਰੂ ਪਾਤਸ਼ਾਹ ਕਹਿੰਦੇ ਵੀ ਜੇ ਕਿਤੇ ਗੁਰਮੁਖ ਬਣ ਜਾਏ ਤੇ ਗੁਰਮੁਖਾ ਗੁਰੂ ਤੈਨੂੰ ਬਖਸ਼ ਦੇਗਾ। ਇਹ ਬਖਸ਼ਿਸ਼ ਕੇਵਲ ਤੇ ਕੇਵਲ ਗੁਰੂ ਕੋਲੋਂ ਹੋ ਸਕਦੀ ਹੈ। ਸੇ ਸਤਿਗੁਰ ਮੇਲ ਮਿਲਾਓ। ਔਰ ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ, ਗੁਰੂ ਵਿੱਚ ਦਇਆ ਦਾ ਘਰ ਹੈ। ਬਦਾਵਾ ਲੈ ਕੇ ਦੇ ਦਿੱਤਾ, ਪਰ ਗੁਰੂ ਨੂੰ ਫਿਰ ਵੀ ਤਰਸ ਆਇਆ। ਆਪਣੀ ਗੋਦੀ 'ਚ ਪਾ ਕੇ ਆਖਿਆ, ਮਾਂ ਸਿੰਘਾ ਜੋ ਮੰਗਣਾ ਹੀ ਮੰਗ। ਗੁਰੂ ਇਹਨਾਂ ਦਿਆਲੂ ਕਿਰਪਾਲੂ ਹੈ। ਗੁਰੂ ਨੇ 9 ਕਰੋੜ ਰੁਪਈਆ ਸਤਲੁਜ ਦਰਿਆ ਵਿੱਚ ਸੁੱਟ ਦਿੱਤਾ, ਪਰਵਾਹ ਨਹੀਂ ਕੀਤੀ। ਗੁਰੂ ਦੇ ਸਾਹਿਬਜ਼ਾਦੇ ਸ਼ਹੀਦ ਹੋ ਗਏ ਤੇ ਬਾਬਾ ਦਇਆ ਸਿੰਘ, ਬਾਬਾ ਜੁਝਾਰ ਸਿੰਘ ਤੇ ਸਾਹਿਬਜ਼ਾਦੇ ਤੇ ਕੱਪੜਾ ਪਾਉਣ ਲੱਗਾ ਤੇ ਮੇਰੇ ਪਾਤਸ਼ਾਹ ਕਹਿਣ ਲੱਗੇ, ਦਇਆ ਸਿੰਘਾ ਤੂੰ ਸਿਆਣਾ ਬੜਾ, ਗੁਰਮੁਖ ਭਲਾ ਲੋਕ ਐ। ਜੁਝਾਰ ਸਿੰਘ ਤੇ ਕੱਪੜਾ ਤਾਂ ਪਈ ਜੇ ਬਾਕੀਆਂ ਤੇ ਪਾ ਸਕਦਾ। ਤੇ ਮੇਰੇ ਕੋਲ ਕਾਣੀ ਵੰਡ ਹੈ ਨਹੀਂ ਉਹ ਵੀ ਜੁਝਾਰ ਸਿੰਘ ਤੇ ਕੱਪੜਾ ਪਾਇਆ ਜਾਏ ਤੇ ਦੂਜੇ ਰਹਿ ਜਾਣ। ਭਲਾ ਸਾਹਿਬ ਸਿੰਘ ਮਾੜਾ, ਹਿੰਮਤ ਸਿੰਘ ਮਾੜਾ, ਮੋਹਕਮ ਸਿੰਘ ਮਾੜਾ। ਇੱਥੇ ਟਾਈਮ ਨਾਲ ਆਪਣੀ ਮੰਜ਼ਿਲ ਦੂਰ ਹੈ। ਤੇ ਜਦੋਂ ਮਾਨ ਸਿੰਘ ਗੋਦੀ 'ਚ ਪਿਆ ਤੇ ਗੁਰੂ ਕਹਿੰਦਾ ਜੋ ਮੰਗਣਾ ਹੀ ਮੰਗ। ਧਿਆਨ ਦਿਆ ਜੇ ਆਪਾਂ ਕੀ ਮੰਗਦੇ ਹਾਂ। ਜੇ ਚਾਹੁੰਦਾ ਕਰ ਅਮੀਰ ਦਿਆਂ, ਰਾਜ ਭਾਗ ਤੇ ਤੈਨੂੰ ਜਗੀਰ ਦਿਆਂ, ਕਰ ਕੰਚਨ ਵਾਂਗ ਸਰੀਰ ਦਿਆਂ, ਕੀ ਦਿਲ ਦੀਆਂ ਵਿਉਂਤਾਂ ਲਾਉਣਾ। ਜੇ ਚਾਹੁੰਦਾ ਤੈਨੂੰ ਅਮੀਰ ਕਰਦਿਆਂ, ਤੇਰਾ ਸਰੀਰ ਨਵਾਂ ਨਰੋਆ ਕਰਦਿਆਂ। ਭਾਈ ਮਾਨ ਸਿੰਘ ਕੋਲੋਂ ਯਾਦ ਸਿੱਖ ਲਈਏ ਆਪਾਂ ਕੀ ਮੰਗਣਾ। ਆਪਾਂ ਮੰਗਦੇ ਜੀ ਸਾਡਾ ਕਾਕਾ ਕੈਨੇਡਾ ਚਲਾ ਜਾਏ, ਆਈਲੈਟਸ ਕਰਕੇ ਗੁੱਡੀ ਚਲੀ ਜਾਏ। ਇਹੋ ਸਾਡੇ ਕੋਲ ਹੈਗਾ। ਇੱਕੋ ਗੱਲ ਰਹਿ ਗਈ ਹੈ ਵੀ ਆਈਲੈਟਸ ਕਰਤੇ ਗੁੱਡੀ ਬਾਹਰ ਜਾ। ਮੈਂ ਬਾਹਰ ਜਾਣ ਦੇ ਉਲਟ ਨਹੀਂ, ਗੁਰਸਿੱਖਾ ਤੈਨੂੰ ਉੱਥੇ ਰਮੰਦਰ ਨਹੀਂ ਲੱਭਣਾ। ਗੁਰੂ ਕੇ ਸਿੱਖਾ ਮੇਰੇ ਤੇ ਨਾਰਾਜ਼ ਨਾ ਹੋਈ, ਤੂੰ ਕੇਸਗੜ੍ਹ ਸਾਹਿਬ ਦੀ ਤੈਨੂੰ ਪ੍ਰਾਪਤੀ ਨਹੀਂ ਹੋਣੀ ਜਿੱਥੇ ਸਤਿਗੁਰੂ ਪਾਤਸ਼ਾਹ ਨੇ ਪੰਜਾਂ ਦੇ ਸੀਸ ਕੱਟ ਕੇ ਤੇ ਉਹਨਾਂ ਨੂੰ ਜਿੰਦਿਆਂ ਕੀਤਾ। ਮੁਬਾਰਕ ਤੈਨੂੰ, ਜਾ ਜਮ ਜਾ। ਲੇਕਿਨ ਕੀ ਮੰਗ ਜਿਹੜੀ ਬਾਬੇ ਮਾਨ ਸਿੰਘ ਨੇ ਮੰਗੀ ਸੀ। ਨਹੀਂ ਰਾਜ ਭਾਗ ਦੀ ਚਾਹ ਦਾਤਾ। ਆਪਾਂ ਤਾਂ ਕੁਰਸੀ ਪਿੱਛੇ ਆਪਣਿਆਂ ਦੀ ਨਿੰਦਿਆ ਕਰੀ ਜਾਂਦੇ ਵੀ ਕੁਰਸੀ ਮਿਲ ਜੇ ਤੇ ਭਾਵੇਂ ਆਪਣਿਆਂ ਨੂੰ ਮਾਰਨਾ ਪਿਆ। ਇੰਨਾ ਖੁਦ ਗਰਜ ਬੰਦਾ ਹੋ ਗਿਆ। ਨਹੀਂ, ਕਹਿੰਦਾ ਨਹੀਂ ਰਾਜ ਭਾਗ ਦੀ ਚਾਹ ਦਾਤਾ, ਮੈਨੂੰ ਚਰਨਾਂ ਵਿੱਚ ਟਿਕਾ ਦਾਤਾ। ਆਹ ਸਾਡੀ ਮੰਗ ਚਾਹੀਦੇ ਜੇ। ਨਹੀਂ ਰਾਜ ਭਾਗ ਦੀ ਚਾਹ ਦਾਤਾ, ਮੈਨੂੰ ਚਰਨਾਂ ਵਿੱਚ ਟਿਕਾ ਦਾਤਾ, ਮੁਕਤੀ ਦਾ ਬਣੀ ਗਵਾਹ ਦਾਤਾ। ਦਿਲ ਸੱਚ ਦੀ ਤਕੜੀ ਹਾੜ ਦਿਓ, ਜੇ ਮਿਹਰ ਅਸਾਂ ਤੇ ਕਰ ਦਿਓ, ਲਿਖਿਆ ਬਦਾਵਾ ਪਾੜ ਦਿਓ। ਜੇ ਮਿਹਰ ਕਰਦਾ ਨਾ, ਉਹੜਾ ਬਦਾਵਾ ਲਿਖ ਕੇ ਦਿੱਤਾ ਉਹ ਪਾੜ ਦੇ। ਮੈਨੂੰ ਕੋਈ ਕਿਸੇ ਪ੍ਰਕਾਰ ਦੀ ਹੋਰ ਇੱਛਾ ਹੀ ਨਹੀਂ। ਆਪ ਗੁਰਮੁਖੋ ਆਪਾਂ ਵਿਦਾਵਾ ਨਾ ਦਈਏ, ਆਪਾਂ ਆਖਿਆ ਕਰੀਏ ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲ ਬੋ ਚਾਹੇ ਖੋਜ ਸ਼ਬਦ ਮਿਲੇ। ਮੈਂ ਤਕਰੀਬਨ ਰੋਜ਼ਾਨਾ ਬੇਨਤੀ ਕਰਦਾ ਰਹਿਣਾ, ਇੱਕੋ ਇੱਕ ਅਰਦਾਸ ਹੈ ਗੁਰੂ ਗ੍ਰੰਥ ਸੱਚੇ ਪਾਤਸ਼ਾਹ, ਸਿਰ ਤੇਰੀ ਅਮਾਨਤ ਹੈ, ਤੇਰੇ ਚਰਨਾਂ 'ਚ ਰੁਲੇ। ਜੇ ਤੈਨੂੰ ਛੱਡ ਕੇ ਕਿਸੇ ਬੰਦੇ ਦੇ ਪੈਰਾਂ ਵਿੱਚ ਜਾਣਾ ਤੇ ਮੌਤ ਕਰਦੀ, ਉਹ ਸਵਾਸ ਨਹੀਂ ਚਾਹੀਦਾ। ਤੈਨੂੰ ਛੱਡ ਕਿਸੇ ਬੰਦੇ ਦੇ ਗੋਡੀ ਤੇ ਗਿੱਟੀ ਹੱਥ ਲਾਉਣਾ ਨਾ, ਉਹ ਸਵਾਸ ਇੱਕ ਨਹੀਂ ਚਾਹੀਦਾ। ਅੰਤਮ ਸਵਾਸਾਂ ਤੱਕ ਮੇਰੇ ਪਾਤਸ਼ਾਹ ਸੀ ਤੇਰੇ ਚਰਨਾਂ 'ਚ ਰਹੀਏ। ਇਹ ਮੇਰੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਆਪਣੇ ਲਈ ਵੀ ਅਰਦਾਸ ਹੈ,
ਤੇ ਮੈਂ ਤੁਹਾਡੇ ਲਈ ਵੀ ਅਰਦਾਸ ਕਰਦਾ ਪਾਤਸ਼ਾਹ, ਜਿੰਨੇ ਵੀ ਮੇਰੇ ਭੈਣ ਭਰਾ ਵੱਡੇ ਛੋਟੇ ਸੁਣਦੇ ਨੇ ਬੈਠੇ ਨੇ ਨਾ, ਰਹਿਮਤ ਕਰੀ, ਇਹਨਾਂ ਨੂੰ ਆਪਣੇ ਚਰਨਾਂ 'ਚ ਰੱਖੀ। ਇਹ ਮੇਰੀ ਬੇਨਤੀ ਹੈ ਗੁਰੂ ਪਾਤਸ਼ਾਹ ਦੇ ਅੱਗੇ। ਪੌੜੀ ਹਾਂਜੀ। ਪੌੜੀ ਜੋ ਸੇਵਹਿ ਸਤ ਮੁਰਾਰ। ਆਪਾਂ ਹੁਣੇ ਗੱਲ ਕੀਤੀ ਸੀ ਵਾਹਿਗੁਰੂ ਦੀ, ਤੇ ਗੁਰਦੇਵ ਨੇ ਨਿਰਣਾ ਕਰ ਦਿੱਤਾ ਜੀ ਸੋਢੀ ਸੁਲਤਾਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਕਿ ਜਿਹੜਾ ਮੂੰਹ ਤੋਂ ਜੋ ਸੇਵਾ ਹੈ ਸਤ ਮੁਰਾਰ, ਇਹਨੂੰ ਕਹਿੰਦੇ ਨੇ ਵਿਸ਼ੇਸ਼ਣ ਵਾਚਕ ਨਾਮ। ਨਾਮ ਦੀਆਂ ਕਿਸਮਾਂ ਨੇ, ਉਹਨਾਂ ਚੋਂ ਇੱਕ ਵਿਸ਼ੇਸ਼ਣ ਵਾਚਕ ਨਾਮ। ਮੁਰਨਾਮੇ ਦੈਂਤ ਨੂੰ ਮਾਰਨ ਕਰਕੇ ਪ੍ਰਮਾਤਮਾ ਦਾ ਨਾਮ ਰੱਖਿਆ ਮੁਰਾਰੀ, ਮੁਰਾਰ। ਕਹਿੰਦੇ ਸਾਤੋਂ ਭਾਵ ਸਦੀਵੀ ਤੌਰ ਤੇ ਜਿਹੜਾ ਦੈਂਤਾਂ ਨੂੰ ਮਾਰਨ ਵਾਲਾ ਪ੍ਰਮਾਤਮਾ, ਜਿਹੜਾ ਉਹਦੀ ਸੇਵਾ ਕਰੇਗਾ, ਸੇ ਭਵ ਜਲ ਤਰ ਗਿਆ। ਉਹ ਸੰਸਾਰ ਸਮੁੰਦਰ ਤੋਂ ਬੰਨੇ ਹੋ ਗਿਆ, ਲੰਘ ਗਿਆ, ਤਰ ਗਿਆ। ਜੋ ਬੋਲੇ ਹਰ ਹਰ ਨਾਉ। ਜਿਹੜੇ ਭਾਈ ਪਰਮੇਸ਼ਰ ਦਾ ਨਾਮ ਲੈਂਦੇ ਹਨ, ਤਿਨ ਜਮ ਛੱਡ ਗਿਆ। ਉਹ ਭਾਈ ਜਮ ਰਾਜਾ ਛੱਡ ਜਾਂਦਾ। ਆਪਾਂ ਪੜ੍ਹਦੇ ਆ, ਰਾਤ ਨੂੰ ਸੌਣ ਲੱਗਿਆ ਬਰਾਜਣ ਤੋਂ ਪਹਿਲਾਂ ਸ਼ਬਦ ਪੜ੍ਹਦੇ ਆ, ਜੈ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹੋ ਨਾ ਤੂੰ ਨਾ ਛੁੱਟੇ, ਨਿਕਟ ਨਾ ਜਾਈਓ ਦੂਤ। ਇਹ ਆਪਾਂ ਸੋਹਲੇ ਦੇ ਪਾਠ ਤੋਂ ਪਹਿਲਾਂ ਆਮ ਪੜ੍ਹਦੇ ਹਾਂ। ਸੇ ਦਰਗਾਹ ਪੈਦੇ ਜਾਹੇ। ਔਰ ਭਾਈ ਪ੍ਰਮਾਤਮਾ ਦੀ ਦਰਗਾਹ ਵਿੱਚ ਉਹਨਾਂ ਗੁਰਮੁਖਾਂ ਪਵਿੱਤਰ ਰੂਹਾਂ ਨੂੰ ਸਨਮਾਨ ਮਿਲਦਾ ਹੈ, ਜਿਨ੍ਹਾਂ ਹਰ ਜਪ ਲਿਆ। ਕਿਹਨਾਂ ਨੂੰ ਮਿਲੇਗਾ ਭਾਈ? ਜਿਨ੍ਹਾਂ ਨੇ ਹਰ ਥਾਂ ਤੇ ਵਿਆਪਕ ਪ੍ਰਮਾਤਮਾ ਦਾ ਨਾਮ ਬੋਲਣਾ ਕੀਤਾ, ਜਪਣਾ ਕੀਤਾ ਹੈ। ਹਰ ਸੇਵਹਿ ਸੇਈ ਪੁਰਖ। ਇਹ ਭਾਈ ਰੱਬ ਦਾ ਨਾਲ ਗੁਰਦੇਵ ਨੇ ਨਿਰਣਾ ਕੀਤਾ, ਭਾਈ ਪ੍ਰਮਾਤਮਾ ਦੀ ਸੇਵਾ ਵੀ ਉਹੋ ਪੁਰਖ ਕਰੇਗਾ ਜਿਨ੍ਹਾਂ ਹਰ ਤੁਧ ਮਿਆ। ਇਹ ਵਾਹਿਗੁਰੂ ਜਿਨ੍ਹਾਂ ਦੇ ਤੂੰ ਕਿਰਪਾ ਕੀਤੀ ਨੇ ਉਹੋ ਵਾਹਿਗੁਰੂ ਕੋਣਗੇ, ਬਾਕੀ ਤਾਂ ਸੌ ਜਾਣਗੇ, ਬਾਕੀ ਤਾਂ ਗੱਲਾਂ ਕਰਨਗੇ। ਜਿਨ੍ਹਾਂ ਤੇ ਤੇਰੀ ਕਿਰਪਾ ਨਾ, ਇਹ ਮੇਰੇ ਵਾਹਿਗੁਰੂ ਉਹੋ ਹੀ ਤੇਰਾ ਨਾਮ ਲੈਂਦੇ ਹਨ। ਗੁਣ ਗਾਵਾਂ ਪਿਆਰੇ ਨਿਤ। ਇਹ ਵਾਹਿਗੁਰੂ ਮੇਰੇ ਤੇ ਮਿਹਰ ਕਰੀ, ਮੈਂ ਤੇਰੇ ਗੁਣ ਗਾਉਂਦਾ ਰਹਾਂ, ਤੇਰੀ ਵਡਿਆਈ ਕਰਦਾ ਰਵਾਂ। ਗੁਰਮੁਖ ਭ੍ਰਮ ਭਉ ਗਿਆ। ਜਿਨ੍ਹਾਂ ਨੇ ਭਾਈ ਗੁਰੂ ਵਾਲੇ ਪਾਸੇ ਨੂੰ ਮੂੰਹ ਕਰਕੇ ਪਰਮਾਤਮਾ ਦੀ ਕੀਤੀ ਵਡਿਆਈ, ਨਾ ਉਹਨਾਂ ਨੂੰ ਕਿਸੇ ਦਾ ਵਹਿਮ, ਕਿਸੇ ਪ੍ਰਕਾਰ ਦਾ ਵਹਿਮ, ਤੇ ਨਾ ਉਹਨਾਂ ਨੂੰ ਕਿਸੇ ਪ੍ਰਕਾਰ ਦਾ ਡਰ। ਇਹ ਹੁਣ ਵਹਿਮ ਹੀ ਹੈ ਨਾ। ਮੈਂ ਆਮ ਵੇ ਨਾ ਵੀ ਬੀਬੀਆਂ ਨੇ ਕਾਲਾ ਤਾਗਾ ਬੰਨਣਾ ਸ਼ੁਰੂ ਕਰ ਦਿੱਤਾ। ਮੈਂ ਆ ਪ੍ਰਕਰਮਾ ਕਰਕੇ ਆਇਆ ਤੇ ਮੇਰੇ ਮਨ 'ਚ ਵਿਚਾਰ ਆਈ ਵੀ ਵੇਖੋ ਬੜੇ ਗ੍ਰੰਥ ਪੜ੍ਹੇ ਨੇ, ਲੇਕਿਨ ਕਾਲਾ ਤਾਗਾ ਪੰਥ ਮੈਨੂੰ ਅਜੇ ਤੱਕ ਪੋਥੀ 'ਚ ਨਹੀਂ ਲੱਭਾ। ਕਾਲਾ ਤਾਗਾ ਪੰਥ, ਗਿੱਟਿਆਂ ਦੇ ਤਾਗਾ ਬੰਨੋ, ਇਹ ਕਾਲਾ ਤਾਗਾ ਪੰਥ ਹੀ ਹੋਇਆ ਨਾ। ਗੁਰੂ ਪੰਥ ਤਾਂ ਪੜ੍ਹਿਆ, ਪਰ ਕਾਲਾ ਤਾਗਾ ਪੰਥ ਇਹ ਨਹੀਂ ਲੱਭਾ। ਗੁਰੂ ਕਿਰਪਾ ਕਰੇ ਅਸੀਂ ਗੁਰੂ ਪੰਥ ਦੇ ਹਿੱਸਾ ਬਣੀਏ, ਅਸੀਂ ਗੁਰੂ ਪੰਥ ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੇ ਅਧੀਨ ਰਹੀਏ। ਹੁਣ ਦੱਖਣੀ ਓਂਕਾਰ ਦੀ ਬਾਣੀ ਦੇ ਵਿੱਚ ਜਿਵੇਂ ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਨੇ, ਸਰਵਣ ਕਰੋ। ਰੋਸ ਨ ਕੀਜੈ ਅੰਮ੍ਰਿਤ ਪੀਜੈ। ਮਾਰੇ ਕਹਿੰਦੇ ਗੁਰਮੁਖਾ ਤੇਰਾ ਤਾਂ ਸੁਭਾਅ ਬਣਿਆ, ਰੱਬ ਨੇ ਮੇਰਾ ਆਹ ਕੰਮ ਨਹੀਂ ਕੀਤਾ, ਮੇਰਾ ਆਹ ਕੰਮ ਨਹੀਂ ਕੀਤਾ। ਅੰਮ੍ਰਿਤ ਛਕ, ਬਾਣੀ ਦੀ ਪੰਕਤੀ, ਰੋਸ ਨਾ ਕੀਜੈ ਅੰਮ੍ਰਿਤ ਪੀਜੈ। 15-20 ਸਾਲ ਤੋਂ ਵੱਧ ਸਮਾਂ ਹੋ ਗਿਆ, ਮੈਂ ਕਿਤੇ ਕਥਾ ਕਰਨ ਗਿਆ ਕਿਸੇ ਪਿੰਡ ਵਿੱਚ। ਇੱਕ ਨੌਜਵਾਨ ਮੂੰਹ ਦਾੜੀ ਤੋਂ ਬਿਨਾਂ ਸੀ, ਉਹ ਆਈ ਸੀ ਪਰ ਉਹਨੂੰ ਚੰਗੀ ਲੱਗੀ, ਉਹਨੇ ਰਿਮੂਵ ਕਰ ਦਿੱਤੀ। ਉਹਨੇ ਬਹੁਤ ਉੱਚੀਆਂ ਗਿਆਨ ਦੀਆਂ ਗੱਲਾਂ ਕੀਤੀਆਂ ਤੇ ਮੈਂ ਉਹਦੀ ਮੂੰਹ ਵੱਲ ਵੇਖਿਆ, ਮੈਂ ਕਿਹਾ ਮਿੱਤਰਾ ਤੂੰ ਤਾਂ ਬਹੁਤ ਤਕੜਾ ਵਿਦਵਾਨ ਹੈ ਤੇ ਸ਼ਕਲ ਤੇਰੀ ਆ। ਕਹਿਣ ਲੱਗਾ ਜੀ ਮੈਂ ਗੁਰੂ ਰਾਮਦਾਸ ਨਾਲ ਨਾਰਾਜ਼ ਆ। ਉਹਦੇ ਸ਼ਬਦ ਨੇ ਬੰਦੇ ਦੇ। ਮੈਂ ਕਿਹਾ ਕਿਹੜੀ ਗੱਲੋਂ? ਕਹਿੰਦਾ ਜੀ ਮੇਰੀ 14 ਕਿੱਲੇ ਪੈਲੀ ਤੇ ਮੈਂ ਪਲਾਟ ਕੱਟੇ ਤੇ ਮੇਰਾ ਪਲਾਟ ਨਹੀਂ ਵਿਕਿਆ, ਮੈਂ ਗੁਰੂ ਰਾਮਦਾਸ ਨੂੰ ਪ੍ਰਾਪਰਟੀ ਡੀਲਰ ਬਣਾਉਣ ਲੱਗਾ। ਹੁਣ ਆਹ ਸਾਡੀ ਹਾਲਤ ਹੈ। ਇਹ ਮੇਰੀ ਹੱਡ ਬੀਤੀ, ਜੇ ਮੈਂ ਕੋਲੋਂ ਨਹੀਂ, ਮੈਂ ਚੁਟਕਲਾ ਨਹੀਂ ਜੇ ਗੰਢਿਆ, ਹੱਡ ਬੀਤੀ ਵੀ ਜੇ ਪਲਾਟ ਵਿਕ ਜਾਣ ਤੇ ਗੁਰੂ ਰਾਮਦਾਸ ਮੇਰਾ, ਜੇ ਨਹੀਂ ਵਿਕੇ ਤੇ ਮੈਂ ਗੁਰੂ ਰਾਮਦਾਸ ਨੂੰ ਨਹੀਂ ਮੰਨਦਾ। ਇਹ ਸਾਡੀ ਹਾਲਤ ਹੈ। ਗੁਰਦੇਵ ਕਹਿੰਦੇ ਗੁਰਮੁਖਾ ਰੋਸ ਨਾ ਕੀਜੀਏ, ਲਾਮਾ ਨਾ ਦਿਆ ਕਰ। ਆਪਾਂ ਤਾਂ ਲਾਮਾ ਦੇਣੇ, ਮੇਰਾ ਆਹ ਨਹੀਂ ਹੋਇਆ, ਮੇਰਾ ਆਹ ਨਹੀਂ ਹੋਇਆ। ਇਹ ਗੁਰੂ ਪਾਤਸ਼ਾਹ ਦਾ ਸ਼ਬਦ ਜੇ। ਕਹਿੰਦੇ ਰੋਸ ਨਾ ਕੀਜੈ, ਗਿਲਾ ਨਾ ਕਰਿਆ ਕਰ, ਲਾਮਾ ਨਾ ਦਿਆ ਕਰ। ਕੀ ਕਰ? ਅੰਮ੍ਰਿਤ ਪੀਜੇ। ਜਿਹੜੇ ਕਹਿੰਦੇ ਕਿੱਥੇ ਲਿਖਿਆ ਬਾਣੀ 'ਚ? ਪੜ੍ਹ ਲਓ, ਬਾਣੀ 'ਚ ਲਿਖਿਆ ਜੇ ਅੰਮ੍ਰਿਤ ਪੀਜੇ। ਫੂਕਾ ਨਾ ਮਰਾ ਅੰਮ੍ਰਿਤ ਪੀ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਆਨੰਦ ਅਨੰਤਾ, ਰੰਗ ਤਮਾਸ਼ਾ ਪੂਰਨ ਆਸਾ, ਕਬੇ ਨਾ ਵਿਆਪੇ ਚਿੰਤਾ।
ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ ਅੰਮ੍ਰਿਤ ਛਕ ਗਿਲਾ ਨਾ ਕਰ, ਅਲਾਮਾ ਨਾ ਦੇ। ਰਹਿਣ ਨਹੀਂ ਸੰਸਾਰੇ। ਇਹ ਪਿਆਰਿਆ ਤੈਨੂੰ ਤਾਂ ਕਿਹਾ ਹੈ, ਇਹ ਸੰਸਾਰ ਵੀ ਤੂੰ ਨਹੀਂ ਹੋ ਰਹਿਣਾ। ਆਪਾਂ ਜਿੰਨੇ ਬੈਠੇ ਆ ਨਾ, ਸਾਨੂੰ ਸਾਰਿਆਂ ਨੂੰ ਇੱਕ ਭੁਲੇਖਾ ਹੈ, ਸਾਨੂੰ ਸਾਰਿਆਂ ਨੂੰ ਜਿੰਨੇ ਬੈਠੇ ਆਪਣੇ ਦਾ ਧਿਆਨ ਕਰਿਆ ਜੇ, ਕਿ ਮੈਂ ਨਾ ਮਰੂੰ ਮਰਬੋ ਸੰਸਾਰਾ, ਆ ਦੂਜਿਆਂ ਨੇ ਮਰ ਜਾਣਾ, ਮੈਂ ਨਹੀਂ ਮਰਨਾ। ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਕਿੱਡਾ ਭੋਲਾ, ਤੈਨੂੰ ਭੁੱਲ ਗਈ ਗੱਲ। ਫਰੀਦਾ ਕਿੱਥੇ ਤੈਂਡੇ ਮਾਪਿਆ, ਜਿਹੜੇ ਅਸੀਂ ਕਹਿੰਦੇ ਨੇ ਮੈਂ ਨਹੀਂ ਮਰਨਾ, ਬਾਬਾ ਫਰੀਦ ਕਹਿੰਦੇ ਮਰਨਾ ਪੈਣਾ ਹੀ, ਚੇਤੇ ਰੱਖ। ਬਾਬਾ ਜੀ ਦੱਸੋ, ਬਾਬਾ ਫਰੀਦ ਜੀ ਕਹਿੰਦੇ ਫਰੀਦਾ ਕਿੱਥੇ ਤੈਂਡੇ ਮਾਪਿਆ, ਜਿੰਨੀ ਤੂੰ ਜਣਿਓ ਏ ਤੈਂ ਪਾਸੋਂ ਉਹ ਲੱਦ ਕੇ ਤੂੰ ਅਜੇ ਨਾ ਪਤੀੜਿਓ ਏ। ਤੇਰੀ ਬੇਬੇ ਜੀ ਤੁਰ ਗਈ, ਤੇਰਾ ਪਿਤਾ ਤੁਰ ਗਿਆ, ਇਹਨਾਂ ਹੱਥਾਂ ਦੇ ਨਾਲ ਤੋਰਿਆ ਤੇ ਤੈਨੂੰ ਅਜੇ ਤੱਕ ਚੇਤੇ ਨਹੀਂ ਆਇਆ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ, ਇਹ ਸੰਸਾਰ ਵਿੱਚ ਕਿਸੇ ਨਹੀਂ ਰਹਿਣਾ, ਰਹਿਣ ਨਾ ਪਾਵੇ ਸੁਰ ਨਰ ਦੇਵਾ, ਊਠ ਸੁਧਾਰੇ ਕਰ ਮੁਨ ਜਨ ਸੇਵਾ। ਵੱਡੇ ਵੱਡੇ ਦੇਵਤੇ ਤੇ ਮਹਾਂਪੁਰਸ਼ ਤੁਰ ਗਏ, ਤੈਨੂੰ ਵੀ ਜਾਣਾ ਪਏਗਾ। ਰਾਜੇ ਰਾਏ ਰੰਕ ਨਹੀਂ ਰਹਿਣਾ। ਫਿਰ ਆਪਾਂ ਕਹਿੰਦੇ ਜੀ ਮੈਂ ਅਮੀਰ ਆਦਮੀ ਹਾਂ, ਜਿਵੇਂ ਸਾਡੇ ਆ ਵੀ ਫਲਾਣੇ ਬੰਦੇ ਦੇ ਬਾਡੀਗਾਰਡ ਬੜੇ ਨੇ, ਇਹ ਬੜਾ ਸਾਡੇ ਰਿਵਾਜ। ਮੈਂ ਨਾ ਵੀ ਬਾਡੀਗਾਰਡ ਹੈ ਤੇ ਬਾਡੀ ਨੂੰ ਚੱਕੀ ਫੜੀ ਰੱਖਣ, ਸਵਾਸ ਉਹਨੇ ਕੱਢ ਲਏ ਤੇ ਬਾਡੀ ਤਾਂ ਗੁਰਮੁਖੋ ਗਲ ਜਾਏਗੀ, ਮੁੜ ਕੇ ਬਰਫ਼ ਰੱਖੀ ਕਰਾਂਗੇ। ਬਾਡੀ ਵੀ ਕਿਸੇ ਕੰਮ ਨਹੀਂ ਜੇ, ਬਾਡੀ ਵੀ ਤਾਂ ਜੇ ਉਹਦੇ ਸਵਾਸ ਵਿੱਚ ਚੱਲਦੇ ਨੇ, ਮੇਰੀ ਬਾਡੀ ਵੀ ਕਿਸੇ ਕੰਮ ਨਹੀਂ। ਮੇਰੇ ਪਾਤਸ਼ਾਹ ਕਹਿੰਦੇ ਨਾ ਰਾਜੇ ਨੇ ਰਹਿਣਾ, ਰਾਜ ਦਾ ਤਾਂ ਟਿੱਕਾ, ਜਿਵੇਂ ਬਾਦਸ਼ਾਹ ਹੁੰਦਾ ਤੇ ਉਹਦਾ ਵੱਡਾ ਪੁੱਤਰ ਨੂੰ ਆਪਾਂ ਕਹਿੰਦੇ ਟਿੱਕਾ ਸਾਹਿਬ। ਕਹਿੰਦੇ ਨਾ ਰਾਜੇ ਨੇ ਰਹਿਣਾ ਤੇ ਨਾ ਰਾਜ ਕੁਮਾਰ ਨੇ ਰਹਿਣਾ ਤੇ ਨਾ ਰੰਕ ਗਰੀਬ ਨੇ ਰਹਿਣਾ। ਰਾਜੇ ਰਾਏ ਰੰਕ ਨਹੀਂ ਰਹਿਣਾ, ਨਾ ਰਾਜਾ ਨਾ ਰਾਜ ਕੁਮਾਰ ਤੇ ਨਾ ਗਰੀਬ, ਕਿਸੇ ਨਹੀਂ ਰਹਿਣਾ। ਆਏ ਜਾਏ ਜੁਗ ਚਾਰੇ। ਇਹ ਪਿਆਰਿਆ ਕੋ ਨਵੀਂ ਖੇਡ ਨਹੀਂ, ਚਾਰ ਯੁੱਗਾਂ ਦੇ ਵਿੱਚ ਆਉਂਦੇ ਰਹੇ ਤੇ ਜਾਂਦੇ ਰਹੇ। ਰਹਿਣ ਕਹਿਣ ਤੇ ਰਹਿ ਨਾ ਕੋਈ। ਤੇ ਜੇ ਤੂੰ ਆਖੇ ਨੇ ਵੀ ਕੱਲਾ ਗਾਲਾਂ ਕਹਿਣ ਤੋਂ ਭਾਵ ਗੱਲਾਂ ਕਰ ਰਹੀਆਂ, ਰਹਿਣ ਦੇ ਕਰਕੇ ਤੇ ਕਹਿਣ ਕਰਕੇ ਕਿਸੇ ਰਹਿਣਾ ਨਹੀਂ। ਕਿਸ ਪਹਿ ਕਰੋ ਬਿਨੰਤੀ। ਇਸ ਕਰਕੇ ਕਿਹਦੇ ਅੱਗੇ ਬੇਨਤੀ ਕਰੀਏ, ਕਿਹਦੇ ਅੱਗੇ ਤਰਲਾ ਕਰੀਏ। ਏਕ ਸ਼ਬਦ RAM ਨਾਮ ਨਿਰੋਧਰ। ਗੁਰਮੁਖਾ ਗੁਰੂ ਦਾ ਜਿਹੜਾ ਉਪਦੇਸ਼ ਹੈ ਨਾ, ਉਹਨੂੰ ਆਪਣੇ ਹਿਰਦੇ ਵਿੱਚ ਵਸਾ ਕਰਕੇ ਨਰੋਦਰ ਤੋਂ ਭਾਵ ਕਰਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹਨਾਂ ਨੂੰ ਅੰਦਰੋਂ ਕੱਢਣਾ ਕਰ। ਨਾਮ ਅੰਦਰ ਲਿਜਾ ਔਰ ਉਹਨਾਂ ਵਿਕਾਰਾਂ ਨੂੰ ਬਾਹਰ ਕੱਢ। ਹੁਣੇ ਹੀ ਗੁਰੂ ਕੇ ਲਾਲ ਆਸਾ ਦੀ ਵਾਰ ਦਾ ਕੀਰਤਨ ਕਰਕੇ ਗਏ ਨੇ। ਆਸਾ ਦੀ ਵਾਰ ਦੀਆਂ ਪੰਕਤੀਆਂ ਨੇ, ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ। ਸਾਡੇ ਅੰਦਰ ਨਿੰਦਿਆ ਭਰੀ ਪਈ ਤੇ ਆਪਾਂ ਗੁਰੂ ਦੀ ਇਸਤੀ ਕਿਤੇ ਕਰਾਂਗੇ। ਪਹਿਲਾਂ ਤਾਂ ਨਿੰਦਿਆ ਨੂੰ ਕੱਢੀਏ ਨਾ। ਇੱਕ ਮੈਂ ਵਿਸ਼ੇਸ਼ ਤੌਰ ਤੇ ਆਪਣੇ ਜਿੰਨੇ ਤੁਸੀਂ ਐ ਮੈਂ ਬੇਨਤੀ ਕਰਾਂ, ਜਦੋਂ ਗੁਰਦੁਆਰੇ ਸਾਹਿਬ ਆਉਂਦੇ ਹੋ ਨਾ, ਉਦੋਂ ਲੋਕਾਂ ਵੱਲ ਨਾ ਵੇਖਿਆ ਕਰੋ ਵੀ ਉਹਦਾ ਮੂੰਹ ਕਿਹੋ ਜਿਹਾ, ਉਹਦੀ ਪੱਗ ਕਿਹੋ ਜਿਹੀ, ਉਹਦੇ ਕੱਪੜੇ ਕਿਹੋ ਜਿਹੇ ਨੇ। ਕੇਵਲ ਤੇ ਕੇਵਲ ਗੁਰੂ ਨੂੰ ਵੇਖਿਆ ਕਰੋ ਤੇ ਗੱਲ ਬਣ ਜਾਏਗੀ। ਆਪਾਂ ਗੁਰਦੁਆਰੇ ਵੀ ਆ ਕੇ ਲੋਕਾਂ ਦੀ ਮੈਲ ਲੈ ਕੇ ਜਾਂਦੇ ਹਾਂ, ਲੋਕਾਂ ਦੀ ਮੈਲ। ਬੁਰਾ ਤੇ ਗੁਰੂ ਜਾਣੇ, ਭਲਾ ਤੇ ਗੁਰੂ ਜਾਣੇ। ਲੇਕਿਨ ਅਸੀਂ ਇਹ ਪਰਾਲਾ ਕਰੀਏ ਵੀ ਅਸੀਂ ਆਪ ਚੰਗੇ ਆ, ਆਪਾਂ ਤਾਂ ਗੁਰਦੁਆਰੇ ਵੀ ਆ ਕਿਸੇ ਨੂੰ ਮਾਫ ਨਹੀਂ ਕਰਦੇ, ਤੇ ਆਪਣੀ ਗੱਲ ਕਿਵੇਂ ਬਣੇਗੀ। ਕੇਵਲ ਤੇ ਕੇਵਲ ਆਪਣੇ ਅੰਦਰ ਝਾਤੀ ਮਾਰਿਆ ਕਰੀਏ, ਆਪਣੇ ਔਗਣਾ ਵਾਸਤੇ ਗੁਰੂ ਨੂੰ ਆਖਿਆ ਕਰੀਏ, ਪਾਤਸ਼ਾਹ ਕਿਤੇ ਮੇਰੇ ਤੇ ਮਿਹਰ ਕਰ, ਮੇਰੇ ਅੰਦਰ ਆ ਔਗਣ ਤੇ ਕਿਰਪਾ ਕਰਕੇ ਇਹਨਾਂ ਬੁਰਾਈਆਂ ਨੂੰ ਕੱਢ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ ਵੀ ਗੁਰਮੁਖੋ, ਇਹ ਗੁਰੂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਦੇ ਅੰਦਰ ਵਸਾਉਣ ਕਰਕੇ ਜਿਹੜੇ ਉਹ ਵਿਕਾਰ ਨੇ ਉਹ ਨਿਕਲ ਜਾਣਗੇ। ਗੁਰਦੇਵ ਪਤ ਮਤੀ। ਜਿਹੜਾ ਭਾਈ ਗੁਰੂ ਹੈ ਨਾ, ਇਹਦੀ ਜੀ ਮੱਤ ਲੈ ਲੇਗਾ ਤੇ ਤੇਰੀ ਆਪਣੇ ਆਪ ਪੱਤ ਰਹਿ ਜਾਏਗੀ। ਮਤੀ ਤੋਂ ਭਾਵ ਮੱਤ ਅਕਲ, ਤੇ ਪਤੀ ਦਾ ਭਾਵ ਪੱਤ ਇੱਜ਼ਤ। ਲਾਜ ਮਰੰਤੀ ਮਰ ਗਈ। ਇਸ ਪ੍ਰਕਾਰ ਆਪਣੀਆਂ ਕਰਤੂਤਾਂ ਕਰਕੇ, ਮਾੜਾ ਕਰਕੇ ਜਿਹੜੀ ਜੀਵ ਆਤਮਾ ਇਹ ਮਰ ਗਈ। ਘੂੰਗਟ ਖੋਲ ਚੱਲੀ। ਇਹਦਾ ਭਾਵ ਹੈ ਜਿਹੜਾ ਬਾਬੇ ਬੁੱਲੇ ਸ਼ਾਹ ਦਾ ਬੜਾ ਪਿਆਰਾ ਬਚਨ ਇੱਥੇ ਢੁਕਦਾ ਅਰਥ ਕਰਦੇ ਆ। ਬੁੱਲਿਆ ਤੈਨੂੰ ਕਾਫਰ ਕਾਫਰ ਆਖਦੇ, ਤੂੰ ਆਹੋ ਆਹੋ ਆਖ। ਜਿਹੜਾ ਲੋਕ ਲਾਜ ਦਾ ਘੁੰਗਟ ਹੈ ਨਾ, ਇਹ ਲਾਹ ਦੇ।
ਆਪਾਂ ਨੂੰ ਕਿਸੇ ਨੇ ਕੁਝ ਕਹਿਣਾ, ਕਿਸੇ ਨੇ ਕੁਝ ਕਹਿਣਾ, ਇਸ ਗੱਲ ਦੀ ਪਰਵਾਹ ਨਾ ਕਰ। ਘੁੰਗੜ ਤੋਂ ਭਾਵ ਘੁੰਡ ਲਾਹ ਕਰਕੇ ਚੱਲਣਾ ਕਰ। ਸਾਸ ਦੀਵਾਨੀ ਬਾਵਰੀ। ਜਿਹੜੀ ਕਮਤ ਹੈ ਨਾ ਸੱਸ, ਇਹ ਬੜੀ ਕਮਲੀ ਹੈ। ਸਾਸ ਦੀਵਾਨੀ ਬਾਵਰੀ, ਬਾਵਰੀ ਕਹਿੰਦੇ ਨੇ ਕਮਲੀ ਨੂੰ। ਸਾਸ ਸੱਸ ਜਿਹੜੀ ਖੋਟੀ ਮੱਤ ਹੈ ਨਾ, ਉਹ ਹਮੇਸ਼ਾ ਸਾਨੂੰ ਬੁਰੇ ਪਾਸੇ ਵੱਲ ਪ੍ਰੇਰੇਗੀ, ਬੁਰੇ ਪਾਸੇ ਵੱਲ। ਗੁਰਦੁਆਰੇ ਜਾ ਕੀ ਲੈਣਾ, 2 ਘੰਟੇ ਕੰਮ ਲਾ, ਤੈਨੂੰ ਇੰਨੇ ਬਣ ਜਾਣਗੇ। ਇੱਕ ਮੱਤੀ ਜੇ ਸਾਸ ਦੀਵਾਨੀ ਬਾਵਰੀ, ਸਿਰ ਤੇ ਸੰਕਟ ਟਲੀ, ਇਹਨੂੰ ਕਮਤ ਨੂੰ ਪਾਸੇ ਕਰ ਦੇ। ਜਿਹੜਾ ਤੇਰੇ ਤੇ ਸੰਕਟ ਆਉਣਾ ਸੀ ਨਾ, ਉਹ ਟਲ ਜਾਏਗਾ, ਬਚ ਜਾਵੇਗਾ। ਪ੍ਰੇਮ ਬੁਲਾਈ ਰਲੀ ਸਿਓ। ਜਿਨ੍ਹਾਂ ਨੇ ਮੈਂ ਤੋਂ ਆਪਣੇ ਆਪ ਨੂੰ ਪਰਾਂ ਕੀਤਾ ਨਾ, ਪ੍ਰੇਮ ਦੀ ਅਰਥ ਮਹਾਂਪੁਰਸ਼ਾਂ ਸਾਨੂੰ ਪੜ੍ਹਾਇਆ ਸੀ, ਮੈਂ ਤੋਂ ਪਰਾਂ ਹੋਣਾ। ਪ੍ਰੇਮ ਆਪਾਂ ਲਫ਼ਜ਼ ਸਾਰੇ ਬੋਲਦੇ ਹਾਂ, ਪ੍ਰੇਮ ਦਾ ਅਰਥ ਹੁੰਦਾ ਮੈਂ ਤੋਂ ਪਰਾਂ ਹੋਣਾ। ਜਿਹੜੇ ਮੈਂ ਤੋਂ ਪਰਾਂ ਹੋ ਗਏ ਨਾ, ਉਹਨਾਂ ਨੂੰ ਵਾਹਿਗੁਰੂ ਨੇ ਆਪਣੇ ਨਾਲ ਬੁਲਾ ਲਿਆ। ਰਲੀ ਤੋਂ ਭਾਵ ਉਹ ਇੱਕ ਮਿਕ ਹੋ ਗਏ, ਅਭੇਦ ਹੋ ਗਏ। ਤੇ ਜਿਹੜੇ ਇਸ ਤਰ੍ਹਾਂ ਹੋ ਗਏ ਹਨ, ਮਨ ਮਹਿ ਸ਼ਬਦ ਆਨੰਦ। ਉਹਨਾਂ ਨੂੰ ਗੁਰਮੁਖੋਂ ਮਨ ਵਿੱਚ ਆਨੰਦ ਆ ਗਿਆ। ਤੇ ਆਪਾਂ ਰੋਜ਼ਾਨਾ ਪਾਠ ਕਰਦੇ ਹਾਂ, ਆਨੰਦ ਮਿਲੇਗਾ ਕਿੱਥੋਂ? ਵਿਸ਼ਾ ਆਨੰਦ ਸੰਸਾਰ ਹੈ। ਫਲਾਨੀ ਚੀਜ਼ ਖਾਦੀ, ਬੜਾ ਆਨੰਦ ਆਇਆ। ਵਿਸ਼ਾ ਆਨੰਦ ਸੰਸਾਰ ਹੈ। ਭਜਨਾ ਆਨੰਦ ਹਰਦਾਸ। ਜਿਹੜੇ ਹਰੀ ਦੇ ਪਿਆਰੇ ਕਹਿੰਦੇ ਨੇ, ਸਵੇਰੇ ਗਿਆ ਸਾਂ ਤੇ ਮੈਂ ਬਰਾਂਡੇ ਵਿੱਚ ਬਹਿ ਕੇ ਨਿਤਨੇਮ ਕੀਤਾ, ਆਨੰਦ ਆ ਗਿਆ। ਉਹਨੂੰ ਕਹਿੰਦੇ ਭਜਨਾ ਆਨੰਦ ਹਰਦਾਸ। ਬ੍ਰਹਮਾ ਆਨੰਦ, ਜੀਵਨ ਮੁਕਤ ਭਈ ਵਾਸ਼ਨਾ ਨਾਸ। ਜੇ ਵਾਸ਼ਨਾ ਤੋਂ ਰਹਿ ਕੇ ਗੁਰਮੁਖਾ ਪਰਮਾਤਮਾ ਨਾਲ ਜੁੜਦੇ ਤੇ ਤੈਨੂੰ ਉਹ ਆਨੰਦ ਮਿਲੇਗਾ ਜਿਹਨੂੰ ਬਿਆਨ ਹੀ ਨਹੀਂ ਕੀਤਾ ਜਾ ਸਕਦਾ। ਆਪਾਂ ਆਨੰਦ ਸਾਹਿਬ ਦੀ ਪਾਵਨ ਬਾਣੀ ਪੜ੍ਹਦੇ ਹਾਂ, ਉੱਥੇ ਹਜ਼ੂਰ ਦੇ ਬਚਨ ਨੇ, ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ। ਆਨੰਦ ਦੀਆਂ ਗੱਲਾਂ ਤਾਂ ਕਰਦੇ, ਪਰ ਇਹ ਆਨੰਦ ਦਾ ਪਤਾ ਗੁਰੂ ਕੋਲ ਲੱਗੇਗਾ। ਦਰਬਾਰ ਸਾਹਿਬ ਦੇ ਗ੍ਰੰਥੀ ਬਾਬਾ ਮਨੀ ਸਿੰਘ ਜਲਾਦ ਗੁੱਟ ਤੇ ਵਾਰ ਕਰਨ ਲੱਗਾ। ਕਹਿੰਦੇ ਭਲਿਆ, ਆਪਣੇ ਮਾਲਕ ਦੀ ਅਦੂਲੀ ਨਹੀਂ ਕਰੀਦੀ। ਤੇਰੇ ਮਾਲਕ ਨੇ ਆਖਿਆ ਬੰਦ ਕੱਟਣੇ ਤੇ ਭਲਿਆ, ਬੰਦ ਤਾਂ ਪੋਟਿਆਂ ਤੋਂ ਆਰੰਭ ਹੁੰਦਾ, ਗੁੱਟ ਤੋਂ ਥੋੜਾ ਹੁੰਦਾ। ਪਹਿਲਾਂ ਗੁੱਟ ਪੋਟੇ ਕੱਟ। ਤੇ ਸਰਦਾਰ ਸੂਰਤ ਸਿੰਘ ਸੂਰੀ, ਇਹ ਲਾਹੌਰ ਦੇ ਰਹਿਣ ਵਾਲੇ ਸਨ, ਬੜੇ ਗੁਰੂ ਕੇ ਲਾਲ। ਔਰ ਇਸੇ ਤਰ੍ਹਾਂ ਮੱਦਰ ਪਿੰਡ, ਮੇਰੇ ਪਿੰਡਾਂ ਵਾਲੇ ਪਾਸੇ ਦੇ ਲੱਛੀ ਰਾਮ ਸਨ। ਇਹਨਾਂ ਦਾ ਰੋਣ ਨਿਕਲ ਗਿਆ। ਕਹਿੰਦੇ ਭਾਈ ਸਾਹਿਬ ਇੱਕ ਬੇਨਤੀ। ਕਹਿੰਦੇ ਦੱਸੋ। ਕਹਿੰਦੇ ਸਾਨੂੰ ਗੁਰੂ ਪਰਮੇਸ਼ਰ ਨੇ ਮਾਇਆ ਬੜੀ ਦਿੱਤੀ, ਤੇ ਸਾਡੇ ਮਨ ਦੀ ਭਾਵਨਾ ਸੀ ਮਾਇਆ ਨਾਲ ਤੋੜ ਕੇ ਤੁਹਾਨੂੰ ਛੁਡਾ ਲਈਏ, ਬਚਾ ਲਈਏ। ਤੇ ਬਾਬਾ ਮਨੀ ਸਿੰਘ ਨੇ ਪਤਾ ਕੀ ਕਿਹਾ ਸੀ? ਕਹਿੰਦੇ ਮਿੱਤਰੋ, ਤੁਹਾਡਾ ਧੰਨਵਾਦ, ਪਰ ਇਹਨਾਂ ਪੈਸਿਆਂ ਦੇ ਨਾਲ ਆਪਾਂ ਆਨੰਦ ਦੀ ਗੱਲ ਕੀਤੀ ਹੈ। ਤੇ ਭਾਈ ਸਾਹਿਬ ਨੇ ਆਨੰਦ ਦੀ ਵਿਆਖਿਆ ਕਰਦਿਆਂ ਪੰਕਤੀਆਂ ਪੜ੍ਹੀਆਂ। ਇਹ ਗੁਰਬਾਣੀ ਦੀਆਂ ਨਹੀਂ, ਲੇਕਿਨ ਇਤਿਹਾਸ ਵਿੱਚ ਨੇ। ਤਨ ਗੰਦਗੀ ਕੇ ਕੋਠੜੀ, ਹਰ ਹੀਰਿਆਂ ਦੀ ਖਾਣ। ਤਨ ਦਿੱਤਿਆਂ ਜੇ ਹਰ ਮਿਲੇ, ਤਾਂ ਵੀ ਸਸਤਾ ਜਾਣ। ਕਹਿੰਦੇ ਲੱਛੀ ਰਾਮਾ ਸੂਰਤ ਸਿਆਂ, ਇਹ ਗੰਦਗੀ ਦਾ ਖਾਣ, ਤੇ ਜੇ ਸਰੀਰ ਦਿੱਤਿਆਂ ਹਰੀ ਮੇਜੇ ਤੇ ਸੌਦਾ ਸਸਤਾ। ਜੇ ਮੇਰੀ ਸ਼ਹੀਦੀ ਨਾ ਗਵਾਓ। ਇਹ ਗੱਲ ਮੈਂ ਕਹਿ ਦਿੱਤੀ ਹੈ, ਤੁਸੀਂ ਸੁਣ ਲਈ ਹੈ, ਪਰ ਪ੍ਰੈਕਟੀਕਲ ਕੌਣ ਕਰੇਗਾ? ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣਿਆ। ਜਿਹੜੇ ਗੁਰੂ ਨਾਲ ਇਕਮਿਕ ਹੋ ਗਏ ਨੇ, ਇਹਦੀ ਵਿਆਖਿਆ ਉਹੋ ਹੀ ਕਰ ਸਕਦੇ ਨੇ। ਆਪਾਂ ਤਾਂ ਰਸਮੀ ਤੌਰ ਤੇ ਕਰੀ ਜਾਣੇ, ਤੁਸੀਂ ਸੁਣੀ ਜਾਂਦੇ ਹੋ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ, ਭਾਈ ਉਹ ਮਨੁੱਖ ਜਿਹੜੇ ਮੈਂ ਤੋਂ ਪਰਾਂ ਹੋ ਗਏ, ਵਾਹਿਗੁਰੂ ਨੇ ਉਹਨਾਂ ਨੂੰ ਆਪਣੇ ਨਾਲ ਅਭੇਦ ਕਰ ਲਿਆ। ਉਹਨਾਂ ਨੂੰ ਸਦੀਵੀ ਤੌਰ ਤੇ ਆਨੰਦ ਆ ਗਿਆ ਹੈ। ਲਾਲ ਰਤੀ ਲਾਲੀ ਭਈ। ਔਰ ਉਸ ਪ੍ਰਮਾਤਮਾ ਦੇ ਪ੍ਰੇਮ ਦੇ ਵਿੱਚ ਉਹਨਾਂ ਦਾ ਅੰਤਿਸ਼ਕਰਨ ਤਨ ਤੇ ਮਨ ਪ੍ਰੇਮ ਚ ਰੰਗਿਆ ਗਿਆ। ਗੁਰਮੁਖ ਭਈ ਨਿਚਿੰਦ। ਜੇ ਪਿਆਰਿਆ ਤੂੰ ਗੁਰੂ ਵਾਲੇ ਪਾਸੇ ਨੂੰ ਮੂੰਹ ਕਰ ਲੈਣਾ, ਤੈਨੂੰ ਕਿਸੇ ਪ੍ਰਕਾਰ ਦੀ ਚਿੰਤਾ ਨਹੀਂ ਰਹੇਗੀ। ਨਾਨਕ ਚਿੰਤਾ ਮਤ ਕਰੋ, ਚਿੰਤਾ ਤਿਸੀ ਹੈ। ਤੂੰ ਫਿਕਰ ਨਾ ਕਰ, ਤੇਰਾ ਫਿਕਰ ਉਸ ਕਰਤਾਰ ਨੂੰ ਹੈ। ਹੇ ਵਾਹਿਗੁਰੂ, ਸਾਡੇ ਤੇ ਵੀ ਕਿਰਪਾ ਕਰ, ਸਾਡਾ ਫਿਕਰ ਤੂੰ ਕਰ। ਜਿਹੜਾ ਆਨੰਦ ਕਦੇ ਬਾਬਾ ਮਨੀ ਸਿੰਘ ਨੂੰ ਦਿੱਤਾ ਸੀ, ਅਸੀਂ ਵੀ ਤੇਰੇ ਨਾਮ ਧਰੀਕ ਸਿੱਖਾਂ, ਤੇਰਾ ਅੰਮ੍ਰਿਤ ਛਕਿਆ, ਉਹ ਸਾਡੇ ਤੇ ਬਖਸ਼ਿਸ਼ ਕਰ। ਗੁਰੂ ਕਾ ਤੇ ਗੁਰੂ ਕਿਆਂ ਸੰਗਤਾਂ ਦਾ ਕੁਟਾਨ ਧੰਨਵਾਦ। ਭੁੱਲਾਂ ਚੁੱਕਾਂ ਦੀ ਮੁਆਫੀ ਜੀ। ਪ੍ਰੇਮ ਬੁਲਾਈ ਰਲੀ ਸਿਓ।
ਮਨ ਮਹਿ ਸ਼ਬਦ ਆਨੰਦ ਲਾਲ ਰਤੀ ਲਾਲੀ ਭਈ ਗੁਰਮੁਖ ਭਈ ਨਿਚਿੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।